ਜਦੋਂ ਗੋਲੀ ਚੱਲੀ ਇੱਕ ਬੰਦੇ ਨੇ ਪਿਸਤੌਲ ਕੱਢ ਲਿਆ। ਸਾਡਾ ਪਹਿਲਾ ਰਿਐਕਸ਼ਨ ਸੀ ਅਸੀਂ ਭੱਜਣ ਲੱਗੇ। ਵਿੱਕੀ ਨੇ ਬਾਂਹ ਫੜ ਲਈ, ਦਲੇਰ ਸੀ, ਕਹਿੰਦਾ ਜੇ ਭੱਜੇ ਤੇ ਗੋਲੀ ਮਾਰੂਗਾ। ਪਹਿਲਾਂ ਜਦੋਂ ਯੂਨੀਵਰਸਿਟੀ 'ਚ ਹੁੰਦੇ ਸੀ ਦੀ ਲੜਾਈਆਂ ਡਾਂਗ ਸੋਟਿਆਂ ਕਿਰਪਾਨਾਂ ਤੱਕ ਸੀਮਿਤ ਸੀਗੀਆਂ। ਜਦੋਂ ਤੋਂ ਵੈਪਨਸ ਦਾ ਉੱਥੇ ਆਉਣਾ ਸ਼ੁਰੂ ਹੋਇਆ। ਫਸਟ ਟਾਈਮ ਕਿਹੜੀ ਵਾਰ ਮਤਲਬ ਕਿਹੜੇ ਸੰਨ ਦੇ ਵਿੱਚ ਵੈਪਨ ਯੂਜ਼ ਹੋਇਆ? ਗਰੁੱਪਾਂ ਦੀ ਲੋੜ ਪੈਂਦੀ ਸੀ, ਲੜਾਈ ਝਗੜਿਆਂ ਵਾਸਤੇ ਕਈ ਵਾਰ ਮਸਲਾ ਬਣਦਾ ਸੀ, ਹੋ ਜਾਂਦਾ ਸੀ, ਯੂਨੀਵਰਸਿਟੀਆਂ 'ਚ ਹੁੰਦਾ ਸੀ। ਲੇਕਿਨ ਉਹਦਾ ਅੱਜ ਜਿਸ ਪਾਸੇ ਨੂੰ ਇਹ ਚਲਾ ਗਿਆ ਕੰਮ, ਇਹ ਤਾਂ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ। ਲਾਰੈਂਸ ਮੈਨੂੰ ਅੱਜ ਵੀ ਯਾਦ ਆ, ਉਹ DAV ਕਾਲਜ ਦਾ ਪ੍ਰਧਾਨ ਬਣਨਾ ਉਹਦਾ ਸੁਪਨਾ ਸੀ। ਇੱਕ ਟਾਈਮ ਦੇ ਉੱਤੇ ਰੌਕੀ, ਸ਼ੇਰਾ, ਲਾਰੈਂਸ, ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ, ਇਹ ਸਾਰੇ ਇਕੱਠੇ ਜੇਲ੍ਹ ਸੀ, ਸਾਰੇ ਇਕੱਠੇ ਬੜੈਲ ਜੇਲ੍ਹ ਵਿੱਚ ਸੀਗੇ। ਲੇਕਿਨ ਉੱਥੋਂ ਬਾਹਰ ਨਿਕਲਦੇ ਇਹ ਵੱਖਰੀ ਵੱਖਰੇ ਗਰੁੱਪਾਂ ਦਾ ਰੂਪ ਬਣ ਗਿਆ। ਮੈਂ ਇੱਕ ਵਾਰ ਬੜੈਲ ਜੇਲ੍ਹ ਗਿਆ ਸੀ, ਤਾਂ ਮੈਂ ਪਹਿਲੀ ਵਾਰ ਗਿਆ ਸੀ ਅਤੇ ਉੱਥੇ ਰਜਿਸਟਰ ਦੇ ਉੱਤੇ ਦਾਦਾ ਜੀ ਦਾ ਨਾਂ ਲਿਖਣਾ ਪਿਆ। ਬੜੀ ਸ਼ਰਮ ਮਹਿਸੂਸ ਹੋਈ। ਲਿਖਦੇ ਆ ਵੀ ਉੱਥੇ ਐਂ ਲਿਖਾਉਂਦੇ ਆ ਨਾਮ, ਫਾਦਰਸ ਨੇਮ ਔਰ ਫਿਰ ਦਾਦੇ ਦਾ ਨਾਮ। ਮੇਰੇ ਦਾਦਾ ਜੀ ਬੜੇ ਐਜੂਕੇਸ਼ਨਿਸਟ ਸੀ, ਬੜਾ ਨਾਮ ਸੀ ਉਹਨਾਂ ਦਾ। ਬੜੀ ਸ਼ਰਮ ਮਹਿਸੂਸ ਹੋਈ ਵੀ ਯਾਰ ਮੈਂ ਆਪਣੇ ਦਾਦੇ ਦਾ ਨਾਮ ਲਿਖ ਰਿਹਾ ਔਰ ਜੇਲ੍ਹ ਦੇ ਵਿੱਚ ਬਹਿ ਕੇ ਲਿਖਣਾ ਪੈ ਰਿਹਾ। ਲੜਾਈ ਦੇ ਮਸਲੇ 'ਚ ਹੀ ਗਏ ਸੀ ਜੇਲ੍ਹ? ਸ਼ੇਰੇ ਦੇ ਫਾਦਰ ਨੂੰ ਜਦੋਂ ਮਿਲੀਦਾ ਤੇ ਮਹਿਸੂਸ ਹੁੰਦਾ, ਅੱਖਾਂ 'ਚ ਅੱਥਰੂ ਹੁੰਦੇ ਵੀ ਯਾਰ ਮੈਂ ਆਪਣੇ ਪੁੱਤ ਨੂੰ ਨਹੀਂ ਬਚਾ ਸਕਿਆ। ਵਿੱਕੀ ਦੇ ਫਾਦਰ ਨੂੰ ਮਿਲਿਆ ਤੁਸੀਂ, ਉਹਨਾਂ ਦੇ ਹੁੰਦਾ। ਐਂ ਹੀ ਹੋਰ ਵੀ ਕਈ ਸਾਥੀ ਸੀ। ਲਾਰੈਂਸ ਬਿਸ਼ਨੋਈ ਹੁਣੀ ਤੁਹਾਡੇ ਤੋਂ ਕਾਫੀ ਜੂਨੀਅਰ ਸੀ। ਲਾਰੈਂਸ ਬਿਸ਼ਨੋਈ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਤੁਸੀਂ, ਜਾਂ ਹੋਰ ਜਿਹੜੇ ਸਾਥੀ ਸੀ ਉਹਨਾਂ ਨੂੰ ਵੀ, ਜਿਵੇਂ ਤੁਸੀਂ ਸ਼ੇਰੇ ਹੋਣਾ ਦਾ ਜ਼ਿਕਰ ਕਰਿਆ? ਉਹ ਕਹਿੰਦਾ ਹੁੰਦਾ ਸੀਗਾ ਵੀ ਮੇਰੀ ਇੱਕ ਸਹੇਲੀ ਆ 에ਅਰ ਹੋਸਟਸ, ਔਰ ਮੈਂ ਉਹਦੇ ਨਾਲ ਵਿਆਹ ਕਰਾ ਕੇ ਬਸ ਆਪਣੀ ਜ਼ਿੰਦਗੀ ਬਤੀਤ ਕਰਨੀ ਆ। ਔਰ ਅੱਜ ਉਹ ਹਾਰਡਕੋਰ ਕ੍ਰਿਮੀਨਲ ਆ। ਰੌਕੀ ਅੱਜ ਇਸ ਦੁਨੀਆ 'ਚ ਨਹੀਂ ਹੈਗਾ, ਲੇਕਿਨ ਰੌਕੀ ਪੋਲੀਟੀਕਲ ਇੰਟਰਸਟ ਕਰਕੇ ਜ਼ਰੂਰ ਇੱਥੇ ਆਉਂਦਾ ਸੀ। ਮੇਰਾ ਦੋਸਤ ਆ ਮੁਲਤਾਨੀ, ਉਹਦਾ ਲੱਖੇ ਨਾਲ ਕਾਫੀ ਤਾਲਮੇਲ ਸੀਗਾ। ਲੱਖਾ ਵਿਆਹ ਕਰਾਉਂਦਾ ਹੁੰਦਾ ਸੀ, ਮੁਲਤਾਨੀ ਹੋਣੀ ਇੱਥੋਂ ਉੱਥੇ ਜਾਂਦੇ ਸੀ, ਉਹ ਇੱਥੋਂ ਇੱਥੇ ਇਹਨਾਂ ਦੇ ਮਦਦ 'ਤੇ ਆਉਂਦੇ ਸੀਗੇ। ਜਿੰਨੇ ਵੀ ਇਹ ਨੌਜਵਾਨ ਸੀ ਸਾਰੇ ਸਮਾਜ ਵਿੱਚ ਕਿਤੇ ਨਾ ਕਿਤੇ ਬਾਗੀ ਜ਼ਰੂਰ ਸੀਗੇ ਸਾਰੇ, ਔਰ ਬਦਲਣਾ ਚਾਹੁੰਦੇ ਸੀ ਕੁਛ ਨਾ ਕੁਛ। ਇਹ ਉਦੋਂ ਸਾਰੇ ਕੋਈ ਇਸ ਸੋਚ ਨਾਲ ਨਹੀਂ ਆਏ ਸੀ ਵੀ ਅਸੀਂ ਗੈਂਗਸਟਰ ਬਣਨਾ। ਕਈ ਲੋਕ ਉਹਨਾਂ ਨੂੰ ਵਰਤ ਗਏ, ਕਈ ਲੋਕ ਉਹਨਾਂ ਨੂੰ ਇਸ ਚੀਜ਼ ਨੂੰ ਹੋਰ ਹੱਲਾਸ਼ੇਰੀ ਦੇ ਗਏ। ਉਹਨਾਂ ਨੂੰ ਰਿਲਾਈਜ਼ ਨਹੀਂ ਹੁੰਦਾ ਸੀ ਕਿ ਸਾਨੂੰ ਵਰਤਿਆ ਜਾ ਰਿਹਾ? ਨਹੀਂ ਹੁੰਦਾ। ਵਰਤਣ ਵਾਲੇ ਸਿਆਸਤਦਾਨ ਸੀ ਜਾਂ ਪ੍ਰਧਾਨਗੀ ਵਾਲੇ ਰੌਲਿਆਂ ਦੇ ਵਿੱਚ ਹੀ ਸੀ? ਵਾਰ-ਵਾਰ ਇੱਕ ਗੱਲ ਨਿਕਲ ਕੇ ਆਉਂਦੀ ਹੈ ਕਿ ਰਾਜਨੀਤਿਕ ਲੋਕਾਂ ਨੇ, ਸਿਆਸਤਦਾਨਾਂ ਨੇ ਮੁੰਡੇ ਵਰਤ ਲਏ, ਸਿਆਸਤ ਤੋਂ ਪ੍ਰੇਰਿਤ ਸੀ ਸਭ ਕੁਝ। ਇਸ ਚੀਜ਼ ਨੂੰ ਵਰਿੰਦਰ ਢਿੱਲੋਂ ਕਿਵੇਂ ਦੇਖਦੇ? ਕਿਉਂਕਿ ਸਟੂਡੈਂਟ ਲੀਡਰ ਸੀ ਤੁਸੀਂ, ਔਰ ਉਸ ਤੋਂ ਬਾਅਦ ਫਿਰ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਕੀ ਸਮਝਦੇ ਹੋ? ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਫਰੋਤੀਆਂ, ਔਰ ਇਹ ਸਿਸਟਮ, ਇਹ ਸਾਰਾ ਕਹਿੰਦੇ ਹੁਣ ਗੈਂਗਸ ਜਿਹੜੀਆਂ ਅੱਗੇ ਅੱਗੇ ਚੱਲ ਰਹੀਆਂ, ਉਹਨਾਂ ਨੂੰ ਸੈੱਟ ਕਰਨ ਵਾਸਤੇ ਇਹ ਸਿਸਟਮ ਕਿਵੇਂ ਸੈੱਟ ਹੋਏਗਾ? ਪੁਲਿਸ ਦਾ ਕੰਮ ਆ ਜਾਂ ਤਾਂ ਐਨਕਾਊਂਟਰ ਕਰੋ ਜਾਂ ਫੜ ਕੇ ਅੰਦਰ ਦੇ ਦਿਓ, ਔਰ ਉਸ ਤੋਂ ਬਾਅਦ ਉਹ ਜੋ ਮਰਜ਼ੀ ਕਰੀ ਜਾਣ। ਵਿੱਕੀ ਮਿੱਡੂ ਖੇੜਾ ਨਾਲ ਇਸ ਚੀਜ਼ ਨੂੰ ਲੈ ਕੇ ਚਰਚਾ ਹੁੰਦੀ ਸੀ ਤੁਹਾਡੀ? ਕਹਿੰਦੇ ਕਿ ਵਿੱਕੀ ਸਾਡਾ ਭਰਾ ਸੀ, ਬਦਲਾ ਲਿਆ ਜਾਊਗਾ, ਔਰ ਬਦਲੇ ਤੋਂ ਬਾਅਦ ਫਿਰ ਮੂਸੇ ਵਾਲੇ ਦਾ ਕਤਲ ਹੁੰਦਾ। ਕਹਿੰਦੇ ਕਿ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਸੀ, ਉਹ ਬਦਲਾ ਸੀ। ਇਹ ਆਪਸ ਦੇ ਵਿੱਚ ਹੀ ਚੱਲ ਰਿਹਾ ਟਕਰਾਅ ਇੱਕ ਦੂਸਰੇ ਦੇ ਨਾਲ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। 2006 ਤੋਂ ਲੈ ਕੇ 2011 ਤੱਕ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ, ਜਿੱਥੇ तमाम ਵੱਡੇ ਲੀਡਰ ਵੀ ਆਉਂਦੇ ਰਹੇ, ਔਰ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਵੱਡੇ ਗੈਂਗਸਟਰ ਜਾਣੇ ਜਾਂਦੇ ਆ ਉਹ ਵੀ ਆਉਂਦੇ ਰਹੇ, ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਉਹ ਵੀ ਆਉਂਦੇ ਰਹੇ। ਲਾਰੈਂਸ ਬਿਸ਼ਨੋਈ ਦਾ ਮੈਂ ਜ਼ਿਕਰ ਕਰ ਰਿਹਾ, ਔਰ ਸ਼ੇਰਾ ਖੁੱਬਣ ਹੁਣੀ ਵੀ ਆਉਂਦੇ ਰਹੇ, ਜੈਪਾਲ ਭੁੱਲਰ ਵੀ ਆਉਂਦਾ ਰਿਹਾ, ਔਰ ਇਸੇ ਯੂਨੀਵਰਸਿਟੀ ਦੇ ਵਿੱਚ ਰੌਕੀ ਫਾਜ਼ਿਲਕਾ ਹੁਣੀ ਵੀ ਆਉਂਦੇ ਰਹੇ। ਔਰ ਕੁਝ ਇੱਕ ਤਾਂ ਗੈਂਗਸਟਰ ਬਣ ਗਏ, ਕੁਝ ਲੋਕਾਂ ਨੇ ਹੋਰ ਰਾਹ ਚੁਣ ਲਏ, ਕੋਈ ਅਫਸਰ ਬਣ ਗਿਆ ਤੇ ਕੋਈ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਆ ਗਏ। ਉਹਨਾਂ ਦੇ ਵਿੱਚੋਂ ਵਿੱਕੀ ਮਿੱਡੂ ਖੇੜਾ ਵੀ ਇੱਕ ਸੀ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਤਾਂ ਇੱਕ ਵਰਿੰਦਰ ਢਿੱਲੋਂ ਹੁਣੀ ਵੀ ਸੀ ਜੋ ਕਿ ਸੋਪੂ ਪਾਰਟੀ ਦੇ ਨਾਲ ਜੁੜੇ ਹੋਏ ਸੀ। ਔਰ ਵਰਿੰਦਰ ਢਿੱਲੋਂ ਸਾਡੇ ਨਾਲ ਸਟੂਡੀਓ 'ਚ ਜੁੜੇ ਹੋਏ ਨੇ। ਵਰਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਵਰਿੰਦਰ ਢਿੱਲੋਂ ਹੁਣਾਂ ਤੋਂ ਅਸੀਂ ਪੁੱਛਾਂਗੇ ਸਾਰੀਆਂ ਚੀਜ਼ਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ। ਇਹਨਾਂ ਦੇ ਨਾਲ ਹੀ ਉਹ ਸਾਰੇ ਸਾਥੀ ਪੜ੍ਹਦੇ ਰਹੇ ਨੇ, ਕਿਉਂਕਿ ਵਰਿੰਦਰ ਹੁਣੀ ਸੀਨੀਅਰ ਸੀ 2006 ਦੇ ਵਿੱਚ ਆਉਂਦੇ ਨੇ, ਔਰ ਬਾਕੀ ਦੇ ਜਿਹੜੇ ਇਹਨਾਂ ਤੋਂ ਜੂਨੀਅਰ ਸੀ, ਭਾਵੇਂ ਲਾਰੈਂਸ ਬਿਸ਼ਨੋਈ ਹੋਵੇ ਜਾਂ ਹੋਰ ਵੀ ਜਿਹੜੇ ਇਹਨਾਂ ਦੇ ਸਾਥੀ ਸੀ, ਭਾਵੇਂ ਲੱਕੀ ਪਟਿਆਲ ਹੁਣੀ ਹੋਣ, ਉਹ ਵੀ ਇਸੇ ਯੂਨੀਵਰਸਿਟੀ ਦੇ ਅੰਦਰ ਸੀ। ਪਹਿਲੀ ਵਾਰ ਕਦੋਂ ਯੂਨੀਵਰਸਿਟੀ ਦੇ ਵਿੱਚ ਹਥਿਆਰ ਆਏ, ਕਿਵੇਂ ਲੜਾਈਆਂ ਸ਼ੁਰੂ ਹੋਈਆਂ, ਕਿਵੇਂ ਸਾਡੇ ਇਹ ਮੁੰਡੇ
ਦੂਸਰੀ ਦੁਨੀਆ ਦੇ ਵਿੱਚ ਪਹੁੰਚ ਗਏ। ਵਰਿੰਦਰ ਜੀ, ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ, ਤੁਸੀਂ ਯੂਨੀਵਰਸਿਟੀ ਕਦੋਂ ਆਏ ਸੀ? ਮਾਹੌਲ ਕਿਹੋ ਜਿਹਾ ਸੀ ਉਦੋਂ ਯੂਨੀਵਰਸਿਟੀ ਦਾ? ਮੈਂ 2005 ਵਿੱਚ ਪਹਿਲੀ ਵਾਰ ਯੂਨੀਵਰਸਿਟੀ ਆਇਆ ਸੀ ਔਰ ਉਸ ਤੋਂ ਬਾਅਦ ਮੇਰੀ ਲਾਅ ਡਿਪਾਰਟਮੈਂਟ 'ਚ ਐਡਮਿਸ਼ਨ ਹੋਈ ਸੀ ਔਰ ਅਸੀਂ ਇਲੈਕਸ਼ਨਾਂ ਲੜੀਆਂ ਸੋਪੂ ਵੱਲੋਂ, ਜਿੱਥੋਂ ਇਹ ਜ਼ਿੰਦਗੀ ਦੀ ਸ਼ੁਰੂਆਤ ਹੋਈ ਸੀ। ਸੋਪੂ ਪਾਰਟੀ ਦੀ ਉਦੋਂ ਦੀ ਗੱਲ ਆ ਔਰ ਹੌਲੀ ਹੌਲੀ ਫਿਰ NSUI ਆ ਗਈ 2012 ਦੇ ਆਸ-ਪਾਸ ਔਰ ਫਿਰ ਉਸ ਤੋਂ ਬਾਅਦ ਕਾਂਗਰਸ ਦਾ ਰਾਹ ਲੱਭ ਲਿਆ, ਫਿਰ ਯੂਥ ਕਾਂਗਰਸ ਦੇ ਪ੍ਰਧਾਨ ਬਣ ਗਏ, ਇਲੈਕਸ਼ਨਾਂ ਲੜ ਲਈਆਂ। ਸੋ ਇਹ ਇੱਕ ਸਫ਼ਰ ਰਿਹਾ ਵਾ ਸ਼ੁਰੂ। ਉਦੋਂ ਤੁਹਾਡੇ ਨਾਲ ਸਾਰੇ ਮੁੰਡੇ ਸੀਗੇ, ਕੁਝ ਇੱਕ ਇਸ ਦੁਨੀਆ ਦੇ ਵਿੱਚ ਹੈਗੇ ਆ, ਕੁਝ ਇਸ ਦੁਨੀਆ ਦੇ ਵਿੱਚ ਹੈ ਨਹੀਂ, ਔਰ ਲਾਰੈਂਸ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਤੁਸੀਂ ਉਹਨਾਂ ਦੇ ਸੀਨੀਅਰ ਹੁੰਦੇ ਸੀਗੇ ਉਸ ਸਮੇਂ। ਤੁਸੀਂ ਸ਼ੁਰੂਆਤ ਕਦੋਂ ਕੀਤੀ ਔਰ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਹੋਈ ਔਰ ਇਹ ਮੁੰਡੇ ਕਿਸ ਤਰੀਕੇ ਨਾਲ ਆਏ? ਇਹ ਜਿਵੇਂ ਤੁਸੀਂ ਅੱਜ ਵੱਡੇ ਨਾਮ ਤੁਸੀਂ ਇਸ ਫੀਲਡ ਵਿੱਚ ਕਹਿੰਦੇ ਹੋ, ਇਹ ਉਦੋਂ ਸਾਰੇ ਕੋਈ ਇਸ ਸੋਚ ਨਾਲ ਨਹੀਂ ਆਏ ਸੀ ਵੀ ਅਸੀਂ ਗੈਂਗਸਟਰ ਬਣਨਾ। ਇਹ ਉਦੋਂ ਸ਼ਾਇਦ ਸਟੂਡੈਂਟ ਲੀਡਰ ਔਰ ਇਸ ਰਾਹ ਦੇ ਉੱਤੇ ਚੱਲਣਾ ਚਾਹੁੰਦੇ ਸੀ। ਕੋਈ ਵੀ ਤੁਸੀਂ ਜਿਹਨੇ ਨੌਜਵਾਨਾਂ ਦੇ ਨਾਮ ਲਿੱਤੇ ਜਿਹੜੇ ਅੱਜ ਸ਼ਾਇਦ ਇਸ ਰਸਤੇ ਦੇ ਉੱਤੇ ਕੁਝ ਚੱਲੇ ਹੋਏ ਆ, ਕੁਝ ਨਹੀਂ ਰਹੇ। ਈਵਨ ਤੁਸੀਂ ਕਹੋਗੇ ਵਿੱਕੀ ਦੀ ਅਗਰ ਤੁਸੀਂ ਗੱਲ ਕਰੋਗੇ, ਵਿੱਕੀ ਤਾਂ ਇੱਕ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਸੀਗਾ। ਬੜੇ ਦੁੱਖ ਦੀ ਗੱਲ ਆ ਵੀ ਇਹ ਰਾਹ ਵੱਖਰੇ ਵੱਖਰੇ ਹੋਏ, ਕੋਈ ਆਪਣੇ ਕਿਸੇ ਰਾਹ ਦੇ ਉੱਤੇ ਚੱਲ ਪਿਆ, ਕੋਈ ਕਿਸੇ ਆਪਣੇ ਰਾਹ ਦੇ ਉੱਤੇ ਚੱਲ ਪਿਆ ਔਰ ਉਹਦੇ ਅੱਜ ਨਤੀਜੇ ਜਿਹੜੇ ਆ ਉਹ ਬੜੇ ਦੁਖਦਾਈ ਵੀ ਆ ਔਰ ਭਿਆਨਕ ਵੀ ਆ। ਤੁਸੀਂ ਲਾਰੈਂਸ ਦੀ ਗੱਲ ਕੀਤੀ, ਲਾਰੈਂਸ ਮੈਨੂੰ ਅੱਜ ਵੀ ਯਾਦ ਆ, ਉਹ DAV ਕਾਲਜ ਦਾ ਪ੍ਰਧਾਨ ਬਣਨਾ ਉਹਦਾ ਸੁਪਨਾ ਸੀਗਾ। ਮੈਨੂੰ ਪਤਾ ਉਸ ਵਾਸਤੇ ਉਹ ਕਿੰਨਾ ਤਤਪਰ ਸੀਗਾ, ਲੇਕਿਨ ਸ਼ਾਇਦ ਮਾਹੌਲ ਇਹੋ ਜਿਹੇ ਬਣ ਗਏ, ਇੱਕ ਲੜਾਈ ਹੁੰਦੀ ਆ ਛੋਟੀ ਜੀ ਇੱਥੇ ਆਪਸ ਜਿਵੇਂ ਮੁੰਡਿਆਂ 'ਚ ਹੋ ਜਾਂਦੀ ਆ ਔਰ ਉਹਦੇ ਬਦਲੇ ਦੀ ਆੜ ਦੇ ਵਿੱਚ ਹੌਲੀ 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 ਉਹ 1 ਤੋਂ 2 ਹੋਈਆਂ, 2 ਤੋਂ 10 ਹੋਈਆਂ ਔਰ ਫਿਰ ਉਹ ਇਸ ਰਾਹ ਦੇ ਉੱਤੇ ਚੱਲ ਪਏ। ਸ਼ੁਰੂਆਤ ਦੇ ਵਿੱਚ ਵੀ ਹੈਗਾ ਸੀ ਇਸ ਤਰੀਕੇ ਨਾਲ, ਜਿਵੇਂ ਗੈਂਗਸਟਰ ਆਉਂਦੇ ਰਹੇ ਜਾਂ ਜਿਹੜੇ ਕੁਝ ਇੱਕ ਤਾਂ ਪਹਿਲਾਂ ਹੀ ਕ੍ਰਿਮੀਨਲ ਹੈਗੇ ਸੀ ਉਹ ਵੀ ਆਉਂਦੇ ਰਹੇ ਯੂਨੀਵਰਸਿਟੀ ਦੇ ਵਿੱਚ, ਉਹਨਾਂ ਦਾ ਟੱਚ ਹੈਗਾ ਸੀ ਇਹਨਾਂ ਦੇ ਨਾਲ? ਵਿਕਰਮ ਜੀ, ਬੜਾ ਦੁੱਖ ਲੱਗਦਾ ਜਦੋਂ ਤੁਸੀਂ ਪੰਜਾਬ ਯੂਨੀਵਰਸਿਟੀ ਨੂੰ ਇਕੱਲਾ ਆਪਾਂ ਇਸ ਚੀਜ਼ ਨੂੰ ਸੋਚ ਲਈਦਾ ਵੀ ਜਿਵੇਂ ਇੱਥੇ ਕੋਈ ਗੈਂਗਸਟਰ ਜੰਮੇ ਆ। ਯੂਨੀਵਰਸਿਟੀ ਉਹਦਾ ਕਾਰਨ ਨਹੀਂ ਆ ਗੈਂਗਸਟਰ ਬਣਨ ਦਾ। ਪ੍ਰਧਾਨਗੀ ਦੇ ਰੌਲਿਆਂ ਦੇ ਵਿੱਚ ਆਉਂਦੇ ਰਹੇ ਸਪੋਰਟ ਕਰਨ ਵਾਸਤੇ ਜੀ। ਪੋਲਿਟਿਕਸ ਕਾਰਨ ਨਹੀਂ ਆ ਉਹਨਾਂ ਦੇ ਗੈਂਗਸਟਰ ਬਣਨ ਦਾ। ਸਟੂਡੈਂਟ ਪੋਲਿਟਿਕਸ ਨੇ ਗੈਂਗਸਟਰ ਨਹੀਂ ਪੈਦਾ ਕੀਤੇ। ਸਟੂਡੈਂਟ ਪੋਲਿਟਿਕਸ 'ਚੋਂ ਅਸੀਂ ਵੀ ਨਿਕਲੇ ਆ, ਸਟੂਡੈਂਟ ਯੂਨੀਵਰਸਿਟੀਆਂ 'ਚੋਂ ਅਫਸਰ ਵੀ ਨਿਕਲੇ ਆ। ਇਹ ਤਾਂ ਤੁਹਾਡੀ ਕਿਤੇ ਨਾ ਕਿਤੇ ਮੈਂਟਲੀ ਜੋ ਤੁਸੀਂ ਕੁਝ ਲੋਕ ਕਮਜ਼ੋਰ ਪੈ ਜਾਂਦੇ ਆ, ਕੁਝ ਲੋਕ ਇਹ ਚੀਜ਼ਾਂ ਉਹਨਾਂ 'ਤੇ ਹਾਵੀ ਹੋ ਜਾਂਦੀਆਂ ਵਾ ਔਰ ਕੁਝ ਚੀਜ਼ਾਂ ਇਸ ਚੀਜ਼ਾਂ ਤੋਂ ਇਨਫਲੂਐਂਸ ਹੋ ਜਾਂਦੇ ਆ। ਯੂਨੀਵਰਸਿਟੀਆਂ ਨੂੰ ਕਹਿਣਾ ਵੀ ਪੰਜਾਬ ਯੂਨੀਵਰਸਿਟੀ 'ਚੋਂ ਜਾਂ ਸਟੂਡੈਂਟ ਪੋਲਿਟਿਕਸ 'ਚੋਂ ਇਹ ਚੀਜ਼ਾਂ ਉਹਦਾ ਕਾਰਨ ਆ, ਇਹ ਗੱਲ ਬਿਲਕੁਲ ਕਿਸੇ ਵੀ ਪੱਖੋਂ ਸਹੀ ਨਹੀਂ ਲੱਗਦੀ। ਲੇਕਿਨ ਹਾਂ, ਜਦੋਂ ਤੁਸੀਂ ਇਹਨਾਂ ਨੂੰ ਇੱਕ ਓਵਰ ਦਾ ਸਪੈਨ ਆਫ ਟਾਈਮ ਅਸੀਂ ਵੇਖਦੇ ਹਾਂ ਤੇ ਭਾਵੇਂ ਉਹ ਤੁਸੀਂ ਜਿਨ੍ਹਾਂ ਦੇ ਨਾਮ ਲਿੱਤੇ, ਜਿਵੇਂ ਸ਼ੇਰਾ ਇੱਕ ਸ਼ਾਰਟ ਪੁੱਟ ਪਲੇਅਰ ਸੀਗਾ। ਸ਼ੇਰਾ ਇੱਕ ਜਲੰਧਰ ਦੇ ਵਿੱਚ ਬੜਾ ਵਧੀਆ ਖਿਡਾਰੀ ਸੀ। ਅੱਜ ਵੀ ਉਹਦੇ ਪਿਓ ਤੋਂ ਪੁੱਛੋ, ਉਹਦੇ ਪਿਓ ਨੇ ਉਹਨੂੰ ਘਿਓ ਦੇ ਕੇ ਜਾਣਾ ਉੱਥੇ, ਉਹਨੂੰ ਉਹਦੀ ਡਾਈਟ ਦਾ ਧਿਆਨ ਰੱਖਣਾ, ਠੀਕ ਆ, ਤਾਂ ਕਿ ਵੀ ਮੇਰਾ ਮੁੰਡਾ ਇੱਕ ਵਧੀਆ ਇੱਕ ਸਪੋਰਟਸਮੈਨ ਬਣ ਸਕੇ। ਉਵੇਂ ਅਗਰ ਤੁਸੀਂ ਅੱਜ ਕਈ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਵੇਖੋ, ਉਹਨਾਂ ਦੇ ਮਾਂ ਪਿਓ ਤੋਂ ਪੁੱਛੋ, ਭਾਵੇਂ ਉਹ ਤੁਸੀਂ ਵਿੱਕੀ ਦੇ ਫਾਦਰ ਨੂੰ ਅਸੀਂ ਥੋੜ੍ਹੀ ਦੇਰ ਪਹਿਲਾਂ ਇੱਥੇ ਬੁਲਾਇਆ ਸੀ, ਅੱਜ ਉਹ ਕਿੱਡਾ ਵੱਡਾ ਨਾਮ ਸੀ, ਲੇਕਿਨ ਅੱਜ ਵਿੱਕੀ ਦੇ ਪੇਰੈਂਟਸ ਮਤਲਬ ਜਿਸ ਮੁਸ਼ਕਲਾਂ ਦੇ ਵਿੱਚੋਂ ਨਿਕਲ ਰਹੇ ਆ ਵਿੱਕੀ ਗੌਂਡਰ ਦੇ, ਤੁਸੀਂ ਤੁਹਾਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਵੀ ਮੁੰਡਿਆਂ ਨੇ ਆਪਣੀਆਂ ਜਾਨਾਂ ਗਵਾ ਕੇ ਉਸ ਸਮੇਂ ਉਹ ਰਿਅਲਾਈਜ਼ ਨਹੀਂ ਕੀਤਾ ਵੀ ਅਸੀਂ ਕਿਹੜੇ ਰਾਹ ਦੇ ਉੱਤੇ ਚੱਲ ਪਏ ਹਾਂ। ਸੋ ਇਹ ਮੁਸ਼ਕਲਾਂ ਸਭ ਨੂੰ ਆਈਆਂ ਔਰ ਇਹ ਦੌਰ ਵੀ ਬੜਾ ਮਾੜਾ ਦੌਰ ਸੀ ਯੂਨੀਵਰਸਿਟੀ ਦਾ, ਜਿਸ ਸਮੇਂ ਇਹ ਸਾਰੇ ਇਕੱਠੇ ਜਿਹੜੇ ਅੱਜ ਵੱਡੇ ਨਾਮ ਸੀ, ਇਹ ਕੁਦਰਤੀ ਉੱਥੇ ਕਈ ਵਾਰ ਇਕੱਠੇ ਵੀ ਹੋਏ, ਲੇਕਿਨ ਪਤਾ ਨਹੀਂ ਉੱਥੇ ਕੀ ਇਹੋ ਜਿਹਾ ਮਤਲਬ ਫਤੂਰ ਸੀ ਉਸ ਟਾਈਮ, ਕਿਉਂਕਿ ਮੈਨੂੰ ਲੱਗਦਾ ਵੀ ਗਨ ਕਲਚਰ ਪਹਿਲਾਂ ਜਦੋਂ ਯੂਨੀਵਰਸਿਟੀ 'ਚ ਹੁੰਦੇ ਸੀ, ਦੀ ਲੜਾਈਆਂ ਡਾਂਗ ਸੋਟਿਆਂ ਕਿਰਪਾਨਾਂ ਤੱਕ ਸੀਮਤ ਸੀਗੀਆਂ। ਜਦੋਂ ਤੋਂ ਵੈਪਨਸ ਦਾ ਉੱਥੇ ਆਉਣਾ ਸ਼ੁਰੂ ਹੋਇਆ, ਫਿਰ ਸ਼ਾਇਦ ਇਸ ਰਾਹ ਦੇ ਫਸਟ ਟਾਈਮ ਕਿਹੜੀ ਵਾਰ ਮਤਲਬ ਕਿਹੜੇ ਸੰਨ ਦੇ ਵਿੱਚ ਵੈਪਨ ਯੂਜ਼ ਹੋਇਆ? ਦੇਖੋ, ਵੈਪਨ ਪਹਿਲਾਂ ਜਿਵੇਂ ਤੁਸੀਂ ਅਗਰ ਪੁਰਾਣੀ ਯੂਨੀਵਰਸਿਟੀ ਦੀ ਗੱਲ ਕਰੋ, ਮੱਖਣ ਚੀਮੇ ਵੇਲੇ ਵੀ ਉਦੋਂ ਵੀ ਗੋਲੀਆਂ ਚੱਲਦੀਆਂ ਸੀ, ਲੇਕਿਨ ਅਗਰ ਤੁਸੀਂ ਯੂਨੀਵਰਸਿਟੀ ਦੀ ਗੱਲ ਕਰੋ ਔਰ ਜਦੋਂ ਇਹ ਵੈਪਨ ਗੋਲੀ ਚੱਲੀ, ਇੱਕ ਵਾਰ ਜਿੱਥੇ 10 ਸੈਕਟਰ ਦੇ ਵਿੱਚ DAV ਕਾਲਜ ਦੀ ਲੜਾਈ ਹੋਈ ਸੀ, ਉੱਥੇ ਗੋਲੀ ਚੱਲੀ ਸੀ, ਉਦੋਂ ਮਤਲਬ ਇੱਕਦਮ ਬੜਾ ਆਰਾਮ ਰੌਲਾ ਪਿਆ ਸੀ। ਇੱਕ ਵਾਰ ਕੈਂਪਸ ਦੇ ਉੱਤੇ ਵੀ ਗੋਲੀ ਚੱਲੀ ਸੀ। ਜਦ ਤੱਕ ਤਾਂ ਡਾਂਗ ਸੋਟੇ ਕਿਰਪਾਨਾਂ ਤੱਕ ਲੜਾਈਆਂ ਸੀ, ਮੁੰਡੇ ਲੜਦੇ ਹੁੰਦੇ ਆ, ਇਹ ਲੜਾਈਆਂ ਐਗਰੈਸ਼ਨ ਆ, ਇਹਨੂੰ ਤੁਸੀਂ
ਇਸ ਤਰੀਕੇ ਨਾਲ ਨਾ ਵੇਖੋ ਵੀ ਉਹ, ਲੇਕਿਨ ਉਸ ਤੋਂ ਅਗਲੇ ਜਿਹੜੇ ਸਟੈਪ ਸੀ, ਜਦੋਂ ਵੈਪਨ ਆਉਣਾ ਸ਼ੁਰੂ ਹੋਇਆ, ਫਿਰ ਗੈਂਗ ਬਣਨਾ ਸ਼ੁਰੂ ਹੋਇਆ, ਔਰ ਫਿਰ ਹੌਲੀ ਹੌਲੀ ਤੁਸੀਂ ਫਾਈਨੈਂਸ਼ੀਅਲੀ ਇਸ ਰਾਹ 'ਤੇ ਚੱਲ ਪਏ। ਫਿਰ ਉਦੋਂ ਇਹ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ, ਜਿਹੜੇ ਗੈਂਗ ਪੈਦਾ ਹੋਏ, ਉਦੋਂ ਹੋਏ। ਯੂਨੀਵਰਸਿਟੀ ਦੇ ਵਿੱਚ 11 ਔਰ 12 ਦਾ ਜਿਹੜਾ ਦੌਰ ਸੀ, 11 12 13, ਇਹ ਥੋੜ੍ਹਾ ਜ਼ਰੂਰ ਇੱਕ ਟਾਈਮ ਸੀਗਾ ਜਿਹਦੇ ਅੰਦਰ ਮਤਲਬ ਮੈਂ ਇਹ ਕਹੂੰਗਾ ਵੀ ਗੈਂਗਸਟਰ ਜਿਹੜਾ ਇੱਕ ਸ਼ਬਦ ਆਪਾਂ ਯੂਜ਼ ਕਰੀਦਾ, ਗਰੁੱਪ ਪੰਜਾਬ ਦੇ ਆਉਣੇ ਸ਼ੁਰੂ ਹੋਏ, ਕੋਈ ਫਲਾਨਾ ਗਰੁੱਪ ਆਇਆ, ਕੋਈ ਫਲਾਨਾ ਗਰੁੱਪ ਆਇਆ। ਅਸੀਂ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਇਸ ਚੀਜ਼ ਤੋਂ ਮੁਕਤ ਨਹੀਂ ਕਰ ਸਕਦੇ, ਸਾਡੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਸੀ। ਉਦੋਂ ਰਾਜਨੀਤੀ 'ਚ ਸੀਗੇ, ਸ਼ੋਅ ਆਫ ਸਟਰੈਂਥ ਹੁੰਦਾ ਸੀ, ਗਰੁੱਪਾਂ ਦੀ ਲੋੜ ਪੈਂਦੀ ਸੀ, ਲੜਾਈ ਝਗੜਿਆਂ ਵਾਸਤੇ ਕਈ ਵਾਰ ਮਸਲਾ ਬਣਦਾ ਸੀ, ਹੋ ਜਾਂਦਾ ਸੀ, ਯੂਨੀਵਰਸਿਟੀਆਂ 'ਚ ਹੁੰਦਾ ਸੀ। ਲੇਕਿਨ ਉਹਦਾ ਅੱਜ ਜਿਸ ਪਾਸੇ ਨੂੰ ਇਹ ਚਲਾ ਗਿਆ ਕੰਮ, ਇਹ ਤਾਂ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ। ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਵੀ ਇਸ ਰਾਹਾਂ ਦੇ ਉੱਤੇ ਨੌਜਵਾਨ ਮਰਨ ਲੱਗ ਪੈਣਗੇ ਔਰ ਇਸ ਪਾਸੇ ਨੂੰ ਚੱਲ ਜਾਣਗੇ। ਉਦੋਂ ਸਮਝਾਉਣ ਦੀ ਕੋਸ਼ਿਸ਼ ਵੀ ਹੁੰਦੀ ਸੀਗੀ, ਕਿਉਂਕਿ ਤੁਸੀਂ ਤਾਂ ਸੀਨੀਅਰ ਸੀਗੇ ਉਹਨਾਂ ਦੇ। ਹਾਂ, ਕੁਛ ਹੱਦ ਤੱਕ ਤਾਂ ਹੋਈਆਂ ਕੋਸ਼ਿਸ਼ਾਂ। ਕਈ ਵਾਰ ਇਹ ਮੰਨਦੇ ਵੀ ਹੁੰਦੇ ਸੀ, ਆਪਸ 'ਚ ਸਮਝਾਉਣ ਦੀ ਵੀ ਕਈ ਵਾਰ ਗੱਲ ਕਈਆਂ ਨੇ ਕੀਤੀ, ਲੇਕਿਨ ਸ਼ਾਇਦ ਫਤੂਰ ਹੀ ਇੰਨਾ ਸੀਗਾ। ਤੁਸੀਂ ਕਿਹੜਿਆਂ ਨੂੰ ਵਰਿੰਦਰ ਜੀ ਜੇ ਨਾਂ ਲੈ ਸਕੋ ਤਾਂ ਕਿਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਉਸ ਸਮੇਂ ਤੇ ਆਉਂਦੇ ਸੀਗੇ? ਨਹੀਂ, ਛੱਡੀਏ ਉਹ ਗੱਲਾਂ ਨੂੰ। ਉਹ ਗੱਲਾਂ ਦੇ ਵਿੱਚ ਕੱਲ੍ਹ ਨੂੰ ਪੁਰਾਣੀਆਂ ਗੱਲਾਂ ਦੇ ਵਿੱਚ, ਉਸ ਚੀਜ਼ਾਂ ਦੇ ਵਿੱਚ ਕਿਸੇ ਦਾ ਨਾਮ ਲੈ ਕੇ ਕਿਸੇ ਦੀ ਆਪਾਂ ਉਹ ਗੱਲ ਕਰਨੀ। ਲੇਕਿਨ ਬੜਿਆਂ ਨਾਲ ਗੱਲ ਹੋਈ, ਬੜਿਆਂ ਨਾਲ ਕਈ ਵਾਰ ਗੱਲਬਾਤ, ਜਦੋਂ ਤੱਕ ਉਹ ਸਟੂਡੈਂਟ ਪੋਲੀਟਿਕਸ ਤੱਕ ਇਨਵੋਲਵ ਰਹਿੰਦੇ ਸੀ। ਲੇਕਿਨ ਸ਼ਾਇਦ ਇੰਨਾ ਭਰੋਸਾ ਨਹੀਂ ਸੀਗਾ ਉਹਨਾਂ ਨੂੰ, ਅਸੀਂ ਵੀ ਕੁਛ ਨਹੀਂ ਸੀਗੇ ਉਦੋਂ, ਭਾਵੇਂ ਸੀਨੀਅਰ ਜ਼ਰੂਰ ਸੀਗੇ, ਲੇਕਿਨ ਅੱਜ ਅਗਰ ਸਮਝਾਉਣ ਦੀ ਕੋਸ਼ਿਸ਼ ਕਰੀਏ ਸ਼ਾਇਦ ਵਧੀਆ ਤਰੀਕੇ ਨਾਲ ਸਮਝ ਜਾਂਦੇ। ਲੇਕਿਨ ਉਦੋਂ ਸਭ ਨੂੰ ਇਹ ਲੱਗਦਾ ਸੀਗਾ ਵੀ ਮੈਂ ਆਪਣੇ ਆਪ ਦੇ ਵਿੱਚ, ਉਹਨੂੰ ਲੱਗਦਾ ਸੀ ਨਹੀਂ ਮੇਰਾ ਰਸਤਾ ਠੀਕ ਆ। ਕਈ ਵਿਚਾਰੇ ਸਾਥੀ ਸਾਡੇ ਅੱਜ ਸਾਡੇ ਵਿੱਚ, ਮਤਲਬ ਇਹ ਕਹਿਣਾ ਕੋਈ ਹੈ ਗਰੇਜ ਨਹੀਂ ਆ। ਸਾਡਾ ਇੱਕ ਬਹੁਤ ਖਾਸ ਦੋਸਤ ਹੁੰਦਾ ਸੀ ਟੀਨੂ ਹਰਿੰਦਰ, ਉਹਦੇ ਫਾਦਰ ਪੁਲਿਸ ਵਿੱਚ ਸੀ, ਮਤਲਬ ਉਹ ਮੇਰੇ ਨਾਲ ਲਾਅ ਵਿੱਚ ਵੀ ਸੀ, ਉਹ ਵੀ ਅੱਜ ਨਹੀਂ ਹੈਗਾ ਸਾਡੇ ਵਿੱਚ। ਲੇਕਿਨ ਮੈਂ ਤੁਹਾਨੂੰ ਇਹੋ ਜਿਹੇ ਕਈ ਨੌਜਵਾਨਾਂ ਦੇ ਐਗਜ਼ਾਮਪਲ ਦੇ ਸਕਦਾ ਹਾਂ। ਉਹ ਕਿਹੜੇ ਗਰੁੱਪ ਨਾਲ ਜੁੜ ਗਿਆ ਸੀ ਫਿਰ? ਐਕਚੁਅਲੀ ਉਹ ਸਭ ਤੋਂ ਸੀਨੀਅਰ ਸੀਗਾ ਔਰ ਉਹ ਬੜਾ ਸਮਝਦਾਰ ਵੀ ਸੀਗਾ, ਔਰ ਉਹ ਇਹ ਚੀਜ਼ਾਂ ਦੇ ਨਤੀਜੇ ਵੀ ਜਾਣਦਾ ਸੀ, ਉਹ ਇਹ ਚੀਜ਼ਾਂ ਨੂੰ ਸਮਝਦਾ ਵੀ ਸੀ। ਲੇਕਿਨ ਉਹਨੇ ਸਮਝਾਉਣ ਦੀ ਬੜੀ, ਔਰ ਇਹਨਾਂ ਨੇ ਸਾਰਿਆਂ ਨੂੰ ਕੋਸ਼ਿਸ਼ ਕੀਤੀ, ਉਹਨਾਂ ਨੇ ਇਕੱਠੇ ਰੱਖਣ ਦੀ ਵੀ ਕੋਸ਼ਿਸ਼ ਕੀਤੀ, ਉਹਨੇ ਇਹ ਵੀ ਕੀਤਾ। ਲੇਕਿਨ ਉਹ ਰਾਹ ਇਹੋ ਜਿਹਾ ਸੀਗਾ ਜਿਹਦੇ ਅੰਦਰ ਦਲਦਲ 'ਚ ਹੌਲੀ ਹੌਲੀ ਬੰਦਾ ਧੱਸ ਜਾਂਦਾ ਹੁੰਦਾ। ਅਗਰ ਤੁਸੀਂ ਇਹ ਗੱਲ ਕਰਦੇ ਹੋ, ਜਿਵੇਂ ਤੁਸੀਂ ਪਹਿਲਾਂ ਵੀ ਨਾਮ ਲਿੱਤੇ ਜੀ ਕਈਆਂ ਦੇ, ਜਿਵੇਂ ਰੌਕੀ ਅੱਜ ਇਸ ਦੁਨੀਆ 'ਚ ਨਹੀਂ ਹੈਗਾ, ਲੇਕਿਨ ਰੌਕੀ ਪੋਲੀਟੀਕਲ ਇੰਟਰਸਟ ਕਰਕੇ ਜ਼ਰੂਰ ਇੱਥੇ ਆਉਂਦਾ ਸੀਗਾ। ਕਈ ਵਾਰ ਰੌਕੀ ਦਾ ਤਾਲਮੇਲ ਯੂਨੀਵਰਸਿਟੀ ਵਿੱਚ ਰਹਿੰਦਾ ਸੀਗਾ। ਹੌਲੀ ਹੌਲੀ ਉਹ ਚੀਜ਼ਾਂ ਗੈਂਗ ਵਾਰ ਦਾ ਰੂਪ ਵਿੱਚ ਕਰ ਗਈਆਂ। ਇਹੀ ਜਿਹੜੇ ਸਾਰੇ ਇਕੱਠੇ ਸੀ, ਆਪਸ 'ਚ ਹੀ ਲੜਾਈ ਪੜ੍ਹਾਈ ਇਹਨਾਂ ਦੀ ਗੈਂਗ ਵਾਰ ਬਣ ਗਈ। ਅਗਰ ਤੁਸੀਂ ਇਹ ਵੇਖੋ ਵੀ ਇੱਕ ਟਾਈਮ ਦੇ ਉੱਤੇ ਰੌਕੀ, ਸ਼ੇਰਾ, ਲਾਰੈਂਸ, ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ, ਇਹ ਸਾਰੇ ਇਕੱਠੇ ਜੇਲ੍ਹ ਸੀਗੇ, ਸਾਰੇ ਇਕੱਠੇ ਬੜੈਲ ਜੇਲ੍ਹ ਵਿੱਚ ਸੀਗੇ। ਲੇਕਿਨ ਉੱਥੋਂ ਬਾਹਰ ਨਿਕਲਦੇ ਇਹ ਵੱਖਰੀ ਵੱਖਰੇ ਗਰੁੱਪਾਂ ਦਾ ਰੂਪ ਬਣ ਗਿਆ, ਔਰ ਉਹਦੇ ਨਤੀਜੇ ਅੱਜ ਕਿਤੇ ਨਾ ਕਿਤੇ ਪੰਜਾਬ ਭੁਗਤ ਰਿਹਾ। ਛੋਟੀਆਂ-ਮੋਟੀਆਂ ਲੜਾਈਆਂ ਹੋਈਆਂ ਹੋਣੀਆਂ ਜਿਹਦੇ ਕਰਕੇ ਆਪਸ ਦੇ ਵਿੱਚ ਇੰਨੇ ਡਿਫਰੈਂਸ ਪੈਦਾ ਹੋ ਗਏ। ਦੇਖੋ, ਜ਼ਿਆਦਾ ਅੰਦਰਲੀਆਂ ਗੱਲਾਂ ਤਾਂ ਨਹੀਂ ਪਤਾ ਹੋ ਸਕਦੀਆਂ ਸਾਨੂੰ, ਕਿਉਂਕਿ ਆਪਸੀ ਫਿਰ ਜਦੋਂ ਸਾਡੀ ਲਾਈਨ ਵੱਖਰੀ ਹੋ ਗਈ, ਇਹ ਇੱਕ ਵੱਖਰੀ ਲਾਈਨ ਹੋ ਗਈ, ਅਤੇ ਜ਼ਿਆਦਾ ਅੰਦਰਲੀ ਗੱਲ ਤਾਂ ਨਹੀਂ ਆਪਾਂ ਨੂੰ ਪਤਾ ਹੋ ਸਕਦੀ ਵੀ ਅੰਦਰ ਕੀ ਮਸਲੇ ਬਣੇ ਹੋਣਗੇ। ਪੰਜਾਬ ਦੇ ਹੋਰ ਵੀ ਨੌਜਵਾਨ ਸਾਰੇ ਕਿਤੇ ਨਾ ਕਿਤੇ ਯੂਨੀਵਰਸਿਟੀ ਨਾਲ ਤਾਲਮੇਲ ਰੱਖਦੇ ਸੀ, ਕਿਉਂਕਿ ਯੂਨੀਵਰਸਿਟੀ ਇਕੱਲੇ 'ਚ ਇਲੈਕਸ਼ਨ ਹੁੰਦੇ ਸੀ, ਔਰ ਇਲੈਕਸ਼ਨਾਂ ਦੇ ਵਿੱਚ ਸਾਰੇ ਪੋਲੀਟੀਕਲ ਇੰਟਰਸਟ ਕਰਕੇ ਸਾਰੇ ਗਰੁੱਪ ਵੀ ਆਉਂਦੇ ਹੁੰਦੇ ਸੀਗੇ। ਉਹ ਪੜ੍ਹੇ ਲਿਖਿਆਂ ਦੀ ਯੂਨੀਵਰਸਿਟੀ ਸੀ, ਵੋਟ ਪੜ੍ਹੇ ਲਿਖਿਆਂ ਦੀ ਹੁੰਦੀ ਸੀ, ਲੇਕਿਨ ਮਾਹੌਲ ਬਣਦਾ ਹੁੰਦਾ ਸੀਗਾ। ਗਾਂਧੀ ਗਰੁੱਪ ਸੀਗਾ ਜਿਵੇਂ, ਉਹ ਵੀ ਇੱਥੇ ਕਾਫੀ ਸ਼ਮੂਲੀਅਤ ਰੱਖਦੇ ਸੀਗੇ। ਮਾਲਵੇ ਦੇ ਗਰੁੱਪ ਸੀਗੇ ਕਾਫੀ, ਜਿਹੜੇ ਇੱਥੇ ਕਈ ਵਾਰ ਰੱਖਦੇ ਹੁੰਦੇ ਸੀ। ਜਿਵੇਂ ਹੁਣ ਲੱਖੇ ਦੀ ਤੁਸੀਂ ਗੱਲ ਕਰਦੇ ਹੋ, ਸਾਡਾ ਮੇਰਾ ਦੋਸਤ ਆ ਮਲਤਾਨੀ, ਉਹਦਾ ਲੱਖੇ ਨਾਲ ਕਾਫੀ ਤਾਲਮੇਲ ਸੀਗਾ। ਲੱਖਾ ਵਿਆਹ ਕਰਾਉਂਦਾ ਹੁੰਦਾ ਸੀ, ਮਲਤਾਨੀ ਹੋਣੀ ਇੱਥੋਂ ਉੱਥੇ ਜਾਂਦੇ ਸੀ, ਉਹ ਇੱਥੋਂ ਇੱਥੇ ਇਹਨਾਂ ਦੇ ਮਦਦ 'ਤੇ ਆਉਂਦੇ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਪੰਜਾਬ ਦਾ ਨੌਜਵਾਨ ਜੁੜਿਆ ਹੋਇਆ ਸੀ। ਲੇਕਿਨ ਸ਼ਾਇਦ ਉਦੋਂ ਕੋਈ ਵਿਜ਼ਨ, ਕੋਈ ਲੀਡਰਸ਼ਿਪ, ਕੋਈ ਅਸੀਂ ਉਹ ਰਾਹ ਨਹੀਂ ਵਿਖਾ ਸਕੇ ਪੰਜਾਬ ਦੇ ਨੌਜਵਾਨਾਂ ਨੂੰ, ਜਿਹੜਾ ਇਹਨਾਂ ਨੂੰ ਹਥਿਆਰ ਚੱਕਣ 'ਤੇ ਮਜਬੂਰ ਹੋ ਗਏ। ਮਸਲੇ ਚੱਕਣ ਦੀ ਬਜਾਏ ਅਸਲੇ ਚੱਕ ਲਏ। ਅਗਰ ਉਦੋਂ, ਅੱਜ ਵੀ ਨੌਜਵਾਨ ਮਸਲੇ ਚੱਕਦੇ ਆ, ਲੇਕਿਨ ਸ਼ਾਇਦ ਇਹਨਾਂ ਨੇ ਉਦੋਂ ਅਸਲਾ ਚੱਕਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਿਆ, ਔਰ ਉਦੋਂ ਅਸਲੇ ਨੂੰ ਸੋਲੂਸ਼ਨ ਲੱਭਿਆ। ਗਨ ਕੋਈ ਸੋਲੂਸ਼ਨ ਨਹੀਂ ਹੈਗਾ, ਗਨ ਕੋਈ ਇਸ ਚੀਜ਼ ਦਾ ਹੱਲ ਨਹੀਂ ਸੀਗਾ। ਲੇਕਿਨ ਅਗਰ ਤੁਸੀਂ ਉਸ ਸਮੇਂ ਦਾ ਦੌਰ ਰਾਜਨੀਤੀ ਵੇਖੋ, ਉਹ ਵੀ ਇੱਕ ਸਟੂਡੈਂਟ ਪੋਲੀਟਿਕਸ ਤੋਂ ਸ਼ੁਰੂ ਹੋਈ, ਔਰ ਹੌਲੀ ਹੌਲੀ ਉਹਨੂੰ ਲੱਗਾ ਵੀ ਮੈਂ ਵੋਟਾਂ ਦੀ ਜਗ੍ਹਾ ਮੈਂ ਇਹਨਾਂ ਨੂੰ
ਦੱਬ ਕੇ ਕਿਸੇ ਨੂੰ ਵੋਟਾਂ ਲੈ ਲਾਂਗੇ ਜਾਂ ਕਿਸੇ ਨੂੰ ਡਰਾ ਕੇ ਵੋਟਾਂ ਲੈ ਲਾਂਗੇ। ਇਹ ਇੱਕ ਸੋਚ ਸੀਗੀ ਜਿਹੜੀ ਉਸ ਸੋਚ ਨੂੰ ਅੱਗੇ ਡਰਾਉਣ ਵਾਲੀ ਸੋਚ ਨੂੰ ਅੱਗੇ ਤੱਕ ਆਪਾਂ ਵੱਧਦੀ ਗਈ। ਔਰ ਸ਼ਾਇਦ ਉਸ ਸਮੇਂ ਕੋਈ ਸਮਝਾਉਣ ਵਾਲਾ ਨਹੀਂ ਰਿਹਾ, ਕੋਈ ਜਿਹੜਾ ਉਹਨਾਂ ਨੂੰ ਉਸ ਰਾਹ ਦੇ ਉੱਤੇ ਨਹੀਂ ਪਾਉਣ ਵਾਲਾ। ਅਗਰ ਮੈਂ ਆਪਣੇ ਆਪ ਦੀ ਗੱਲ ਕਰਾਂ ਤਾਂ ਸ਼ਾਇਦ ਅਸੀਂ ਵੀ ਇੱਕ ਬੜੀ ਫਾਈਨ ਜੀ ਲਾਈਨ ਹੁੰਦੀ ਹੈ ਇਸ ਦੇ ਵਿੱਚ, ਰਾਜਨੀਤੀ ਤੋਂ ਇਸ ਪਾਸੇ ਨੂੰ ਆਉਣ ਦੀ। ਤੁਸੀਂ ਕਿਸ ਪਾਸੇ ਰਹਿ ਜਾਣਾ ਵਾ। ਸ਼ਾਇਦ ਮੈਂ ਕਹੂੰਗਾ ਮੇਰੇ ਮਾਮਾ ਜੀ ਸੀ ਵੱਡੇ, ਉਹਨਾਂ ਨੇ ਮੈਨੂੰ, ਮੋਹਨਪਾਲ ਜੀ, ਉਹਨਾਂ ਨੇ ਮੈਨੂੰ ਸਮਝਾਇਆ ਔਰ ਸ਼ਾਇਦ ਮੈਂ ਕੰਮ ਵਾਲੇ ਪਾਸੇ ਨੂੰ ਚੱਲ ਪਿਆ। ਨਹੀਂ ਯਾਰ, ਆਪਾਂ ਕੰਮ ਵਾਲੇ ਪਾਸੇ ਨੂੰ ਚੱਲਦੇ ਹਾਂ, ਆਪਾਂ ਇਸ ਪਾਸੇ ਨੂੰ ਚੱਲਦੇ ਹਾਂ। ਮਾਂ ਪਿਓ ਦਾ ਰੋਲ ਬੜਾ ਵੱਡਾ ਹੁੰਦਾ। ਇਕੱਲਾ ਰਾਜਨੀਤੀ ਦਾ ਰੋਲ ਨਾ ਕਰੋ ਨਾ ਤੁਸੀਂ ਵੀ, ਸਰਕਾਰਾਂ ਆਈਆਂ, ਇਹ ਸਾਰਾ ਕੁਛ ਸਮਾਜ ਦਾ ਬੜਾ ਵੱਡਾ ਰੋਲ ਹੁੰਦਾ, ਟੀਚਰਾਂ ਦਾ ਬੜਾ ਵੱਡਾ ਰੋਲ ਹੁੰਦਾ। ਇੱਕ ਤੁਸੀਂ ਕਿਹੜੀ ਚੀਜ਼ ਤੋਂ ਪ੍ਰਭਾਵਿਤ ਹੋ ਜਾਂਦੇ ਹੋ, ਤੁਹਾਡੀ ਆਪ ਦੀ ਸਹਿਣਸ਼ੀਲਤਾ, ਇਹ ਸਾਰੀ ਚੀਜ਼ਾਂ ਦਾ ਕਿਤੇ ਨਾ ਕਿਤੇ ਰੋਲ ਰਹਿੰਦਾ। ਪਰ ਟੀਚਰਸ ਦੀ ਜਿਵੇਂ ਤੁਸੀਂ ਗੱਲ ਕਰਦੇ ਹੋ, ਫਿਰ ਇਹ ਵੀ ਗੱਲ ਕਰ ਰਹੇ ਹੋ ਕਿ ਆਪ ਦਾ ਵੀ ਬੰਦੇ ਦਾ ਥੋੜਾ ਬਹੁਤ ਉਹ ਹੁੰਦਾ ਹੈ, ਕਿਉਂਕਿ ਇਨਵੋਲਵਮੈਂਟ ਬੰਦੇ ਦੀ ਸ਼ੁਰੂ ਆਪ ਵੀ ਹੁੰਦਾ, ਕਿਉਂਕਿ ਉਹੀ ਟੀਚਰ ਤਾਂ ਉਹਨਾਂ ਨੂੰ ਵੀ ਪੜ੍ਹਾ ਰਹੇ ਹੋਣਗੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਵੀ ਹੋਗੇ ਜਾਂ ਫਿਰ ਆਫਿਸਰ ਬਣ ਗਏ ਕੋਈ, ਜਾਂ ਕੁਝ ਦੂਸਰੇ ਟਰੈਕ ਵੱਲ ਚੱਲ। ਮੈਂ ਕਹਿ ਰਿਹਾ ਵੀ ਇਹ ਬੰਦੇ ਦੇ ਉੱਤੇ, ਆਪ ਦੇ ਉੱਤੇ ਬਹੁਤ ਡਿਪੈਂਡ ਕਰਦਾ ਕਿਹੜੀ ਚੀਜ਼ ਤੋਂ ਅਟਰੈਕਟ ਹੁੰਦਾ। ਸ਼ਾਇਦ ਸਾਨੂੰ ਪੋਲਿਟਿਕਸ ਅਟਰੈਕਟ ਕਰਦੀ ਸੀ, ਸਾਨੂੰ ਲੱਗਦਾ ਸੀ ਵੀ ਇਹ ਹੱਲ ਕੱਢੂਗੀ ਪੋਲਿਟਿਕਸ। ਸਾਰੇ ਅਗਰ ਤੁਸੀਂ ਗੱਲ ਕਰੋ ਨਾ, ਜਿੰਨੇ ਵੀ ਇਹ ਨੌਜਵਾਨ ਸੀ, ਸਾਰੇ ਸਮਾਜ ਵਿੱਚ ਕਿਤੇ ਨਾ ਕਿਤੇ ਬਾਗੀ ਜ਼ਰੂਰ ਸੀਗੇ ਸਾਰੇ, ਔਰ ਬਦਲਣਾ ਚਾਹੁੰਦੇ ਸੀ ਕੁਛ ਨਾ ਕੁਛ। ਮੈਂ ਅੱਜ ਜਿੰਨਾ ਇਹਨਾਂ ਦਾ ਨਾਮ ਸੁਣਦਾ ਵਾਂ, ਮੈਂ ਇੱਕ ਸਾਥੀ ਦਾ ਨਾਮ ਕਾਹਨੂੰ ਲੈਣਾ, ਇੱਕ ਸਾਥੀ ਜਿਹੜਾ ਸੀਗਾ, ਕਿਉਂਕਿ ਪਰਸਨਲ ਗੱਲ ਸੀ, ਮੈਂ ਜ਼ਰੂਰ ਤੁਹਾਨੂੰ ਮਤਲਬ ਤੁਹਾਡੇ ਵੀਅਰਸ, ਉਹ ਕਹਿੰਦਾ ਹੁੰਦਾ ਸੀਗਾ ਵੀ ਮੇਰੀ ਇੱਕ ਸਹੇਲੀ ਆ 에ਅਰ ਹੋਸਟਸ, ਔਰ ਮੈਂ ਉਹਦੇ ਨਾਲ ਵਿਆਹ ਕਰਾ ਕੇ ਬਸ ਆਪਣੀ ਜ਼ਿੰਦਗੀ ਬਤੀਤ ਕਰਨੀ ਆ, ਔਰ ਅੱਜ ਉਹ ਹਾਰਡਕੋਰ ਕ੍ਰਿਮੀਨਲ ਆ। ਤੁਸੀਂ ਵੇਖੋ, ਇੱਕ ਟਾਈਮ ਉਹ ਗੱਲ ਸੀਗੀ ਵੀ ਮੈਂ ਬਸ 에ਅਰ ਹੋਸਟਸ ਨਾਲ ਵਿਆਹ ਕਰਾਉਣਾ, ਔਰ ਅੱਜ ਉਹ ਬਿਲਕੁਲ ਨਾ ਵਿਆਹ ਹੋ ਸਕਿਆ, ਨਾ ਉਹ ਗੱਲ ਹੋ ਸਕੀ, ਔਰ ਅੱਜ ਉਹਦਾ ਰਾਹ ਹੀ ਦੂਜਾ ਹੋ ਗਿਆ। ਮਤਲਬ ਉਹ ਸੋਚ ਇੱਕ ਥਾਟ ਆਈ, ਕਿੱਥੇ ਉਹ ਆਪਣੀ ਜ਼ਿੰਦਗੀ ਸੈਟਲ ਕਰਨਾ ਚਾਹੁੰਦਾ ਸੀ ਔਰ ਕਿੱਥੇ ਅੱਜ ਉਹ ਇਸ ਪਾਸੇ ਦੇ ਉੱਤੇ ਚੱਲ ਪਿਆ ਵੀ ਜਿੱਥੇ ਸ਼ਾਇਦ ਉਹਨੂੰ ਵਾਪਸ ਉਹ ਮੁੜ ਨਹੀਂ ਸਕਦਾ, ਉਸ ਰਾਹ ਤੋਂ ਵਾਪਸ ਮੁੜਨਾ ਨਹੀਂ ਆ। ਔਰ ਇਹ ਸਾਲ ਕੁ ਦੇ ਵਿੱਚ ਹੀ ਇਹ ਰਾਹ ਵੱਖਰੇ ਹੋ ਗਏ। ਉਹ ਸਾਲ ਦੇ ਵਿੱਚ ਕਿਹੜੀਆਂ ਪਰਿਸਥਿਤੀਆਂ ਰਹੀਆਂ ਹੋਣੀਆਂ, ਕਿਉਂਕਿ ਸਮਾਜਿਕ ਤੌਰ ਦੇ ਉੱਤੇ ਬੱਚਾ ਇਹਨੂੰ ਪਾਲ ਪੋਸ ਕੇ ਵੱਡਾ ਕਰੀਦਾ, ਥਾਟ ਕਿਹੜਾ ਇੱਕ ਦਿਨ 'ਚ ਆਉਂਦੀ ਆ, ਕਦੋਂ ਆਪਾਂ ਇਸ ਪਾਸੇ ਨੂੰ ਇਹ ਸੋਚਣ ਲੱਗ ਪਈਦਾ। ਸੋ ਇਹ ਜਿਵੇਂ ਵਿੱਕੀ ਦੀ ਤੁਸੀਂ ਗੱਲ ਕਰਦੇ ਹੋ, ਵਿੱਕੀ ਬਹੁਤ ਮਜ਼ਾਕੀਆ ਤੌਰ ਦਾ ਬੰਦਾ ਸੀਗਾ। ਵਿੱਕੀ ਹਮੇਸ਼ਾ ਹੱਸਦਾ ਖੇਡਦਾ ਰਹਿੰਦਾ ਸੀਗਾ। ਵਿੱਕੀ ਨੇ ਮਤਲਬ ਹਰੇਕ ਨਾਲ ਮਜ਼ਾਕ, ਹਰੇਕ ਨਾਲ ਤਾਲਮੇਲ ਕਰਨਾ, ਔਰ ਕਦੀ ਕੋਈ ਸੋਚ ਨਹੀਂ ਸਕਦਾ ਸੀ ਵੀ ਉਹਦਾ, ਵਿੱਕੀ ਦੇ ਤੁਸੀਂ ਮੰਨੋਗੇ ਅੱਜ ਤੱਕ ਵਿੱਕੀ ਦੀ ਇੰਨੀਆਂ ਲੜਾਈਆਂ ਹੋਈਆਂ, ਵਿੱਕੀ ਦੇ ਕਦੀ ਇੱਕ ਝਰੀਟ ਵੀ ਨਹੀਂ ਆਈ ਸੀ, ਔਰ ਅੱਜ ਉਹ ਦੁਨੀਆ ਦੇ ਵਿੱਚ ਨਹੀਂ ਹੈਗਾ। ਸੋ ਇਹ ਚੀਜ਼ਾਂ ਆਪਣੇ ਆਪ ਨੂੰ ਵੀ ਬੜਾ ਹਿਲਾ ਕੇ ਰੱਖ ਦਿੰਦੀਆਂ। ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਜਦੋਂ ਦੇਖੀਦਾ ਵੀ ਹਾਂ ਯਾਰ ਵੀ ਸਾਡੇ ਨਾਲ ਹੀ ਤੁਰੇ ਫਿਰਦੇ ਹੋਣ, ਔਰ ਇਸ ਰਾਹ ਦੇ ਉੱਤੇ ਇਹ ਸੋਚਿਆ ਨਹੀਂ ਜਾ ਸਕਦਾ ਵੀ ਇਹ ਬੰਦਿਆਂ ਦੀ ਇਹ ਸੋਚ ਸੀਗੀ, ਕਿਉਂਕਿ ਤੁਸੀਂ ਜਦੋਂ ਇਹਨਾਂ ਨਾਲ ਕੁਛ ਪਲ ਬਿਤਾਏ ਹੋਣ ਤੇ ਇਸ ਪਾਸੇ ਨੂੰ ਵੀ ਇਹ ਚੀਜ਼ ਨੂੰ ਜਿਹੜੀ ਜਿਵੇਂ ਜੋੜਿਆ ਜਾਂਦਾ, ਉਹ ਕਈ ਗੱਲਾਂ ਲੱਗਦੀਆਂ ਵੀ ਯਾਰ ਕਿੰਨਾ ਝੂਠ ਫੈਲਾਇਆ ਜਾ ਰਿਹਾ। ਹੁਣ ਤਾਂ ਜਿੱਦਾਂ ਪਹਿਲਾਂ ਇਕੱਠੇ ਰਹੇ ਸਾਰੇ, ਤੁਹਾਡੇ ਨਾਲ ਹੀ ਪੜ੍ਹਦੇ ਰਹੇ, ਕਈ ਜੂਨੀਅਰ ਸੀ ਬਹੁਤ ਸਾਰੇ ਤੁਹਾਡੇ ਤੋਂ, ਕੋਈ ਪੂਸੂ ਤੋਂ ਸੀ, ਕੋਈ ਕਹਿੰਦੇ ਕਿ ਵਿਦੇਸ਼ ਬੈਠਾ ਹੈ, ਭਾਵੇਂ ਲੱਕੀ ਪਟਿਆਲ ਹੋਣੀ ਹੋਣ ਜਾਂ ਫਿਰ ਲਾਰੈਂਸ ਹੋਣੀ ਆਪਦੀ ਗੈਂਗ ਚਲਾ ਰਹੇ। ਜਦੋਂ ਖਬਰਾਂ ਪੜ੍ਹਦੇ ਹੋ ਕਿ ਫਲਾਨੀ ਗੈਂਗ ਦੇ ਵਿੱਚ, ਹੁਣ ਜੀ ਮੰਨ ਲਓ ਮੈਂ ਕਿਸੇ ਦਾ ਪਰਟੀਕੂਲਰਲੀ ਨਾਮ ਤਾਂ ਨਹੀਂ ਲੈਂਦਾ, ਕਿ ਇੰਨੇ ਸ਼ਾਰਪ ਸ਼ੂਟਰ ਇਸ ਬੰਦੇ ਦੇ ਨਾਲ ਨੇ ਇਸ ਗੈਂਗ ਦੇ ਵਿੱਚ, ਉਦੋਂ ਕੀ ਜ਼ਿਹਨ ਦੇ ਵਿੱਚ ਆਉਂਦਾ ਖਿਆਲ? ਦੇਖੋ, ਅਸੀਂ ਇਹਨਾਂ ਦਾ ਉਹ ਰੂਪ ਵੇਖਿਆ ਵਾ ਜਦੋਂ ਇਹ ਜਿਵੇਂ ਆਪਾਂ ਗੱਲਾਂ ਕਰਦੇ ਹਾਂ ਉਵੇਂ ਗੱਲਾਂ ਕਰਦੀਆਂ। ਇਹ ਰੂਪ ਅਸੀਂ ਵੇਖਿਆ ਹੀ ਨਹੀਂ ਆ। ਇਹ ਸਾਨੂੰ ਸਮਝ ਹੀ ਨਹੀਂ ਪੈਂਦੀ ਵੀ ਯਾਰ ਇਹ ਗੱਲ ਕਿਵੇਂ ਹੋ ਸਕਦੀ ਯਾਰ। ਇਹ ਗੱਲਾਂ ਕਿਸੇ ਪੱਖੋਂ ਇਹ ਮਤਲਬ ਹਜਮ ਨਹੀਂ ਹੁੰਦੀਆਂ, ਔਰ ਇਹ ਵੀ ਕਹਾਂਗੇ ਤਾਲਮੇਲ ਨਾ ਰਹਿਣ ਕਰਕੇ ਅੱਜ ਸ਼ਾਇਦ ਅਸੀਂ ਇਹਨਾਂ ਨੂੰ ਜਾਣਦੇ ਹੀ ਨਹੀਂ। ਜਿਹਨੂੰ ਅਸੀਂ ਜਾਣਦੇ ਸੀ ਔਰ ਜੋ ਅੱਜ ਇਹ ਹੈਗੇ ਆ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਜੋ ਦੁਨੀਆ 'ਚੋਂ ਗੱਲਾਂ ਸੁਣੀ ਦੀਆਂ ਜਾਂ ਆਲੇ ਦੁਆਲੇ ਸੁਣੀ ਦੀਆਂ, ਉਹਦੇ ਵਿੱਚ ਬੜਾ ਫਰਕ ਆ। ਔਰ ਇਹ ਮਤਲਬ ਟਰਾਂਸਫੋਰਮੇਸ਼ਨ ਆ। ਜਿਵੇਂ ਤੁਹਾਡੇ ਵੀ ਪੁਰਾਣੇ ਦੋਸਤ ਹੋਣਗੇ ਸਕੂਲ ਟਾਈਮ ਦੇ, ਕਾਲਜ ਟਾਈਮ ਦੇ, ਸ਼ਾਇਦ ਤੁਹਾਡੇ ਅੱਜ ਵੀ ਉਹ ਲਿੰਕ ਵਿੱਚ ਹੋਣ, ਲੇਕਿਨ ਬੜੇ ਇਹੋ ਜਿਹੇ ਸਾਥੀ ਸੀ ਜਿਨ੍ਹਾਂ ਨੂੰ ਅਸੀਂ, ਜਦੋਂ ਇਹਨਾਂ ਨੇ ਆਹ ਰਾਹ ਚੁਣ ਲਿਆ, ਫਿਰ ਸ਼ਾਇਦ ਸਾਡਾ ਕੋਈ ਉਸ ਤਰੀਕੇ ਦਾ ਤਾਲਮੇਲ ਹੀ ਨਹੀਂ ਰਿਹਾ। ਕਦੀ ਕੋਈ ਗੱਲਬਾਤ ਹੋ ਨਹੀਂ ਸਕੀ ਕਦੀ ਵੀ। ਨਹੀਂ ਤਾਂ ਪੁੱਛਣਾ ਜ਼ਰੂਰ ਚਾਹਾਂਗੇ ਯਾਰ ਤੁਸੀਂ ਤਾਂ ਉਦੋਂ ਬੜੀ ਸੋਚ ਜਿਹੜੀ ਸੀ ਤੁਹਾਡੀ, ਉਹ ਇੱਕ ਜਿਵੇਂ ਇੱਕ ਆਮ ਨੌਜਵਾਨ ਦੀ ਸੀ, ਅੱਜ ਤੁਸੀਂ ਕਿਹੜੇ ਪਾਸੇ ਨੂੰ ਆਪਾਂ ਸੋਚ ਲੈ ਕੇ ਜਾ ਰਹੇ ਹਾਂ ਪੰਜਾਬ ਦੀ। ਮਤਲਬ ਸ਼ਾਇਦ ਉਹਨੂੰ ਵੀ ਰਿਅਲਾਈਜ਼ ਨਹੀਂ ਕਰਦੇ ਹੋਣਗੇ ਵੀ ਇਹਦੇ ਰਿਜ਼ਲਟ ਕੀ ਆ ਰਹੇ ਆ। ਕਿਉਂਕਿ ਮੈਂ ਤੁਹਾਨੂੰ ਦੱਸਿਆ, ਜਿਵੇਂ ਸ਼ੇਰੇ ਦੇ ਫਾਦਰ ਨੂੰ ਜਦੋਂ ਮਿਲੀਦਾ ਅਤੇ ਮਹਿਸੂਸ ਹੁੰਦਾ, ਅੱਖਾਂ 'ਚ ਅੱਥਰੂ ਹੁੰਦੇ ਵੀ ਯਾਰ ਮੈਂ ਆਪਣੇ ਪੁੱਤ ਨੂੰ ਨਹੀਂ ਬਚਾ ਸਕਿਆ। ਵਿੱਕੀ ਦੇ ਫਾਦਰ ਨੂੰ ਮਿਲਿਆ ਤੁਸੀਂ, ਉਹਨਾਂ ਦੇ ਹੁੰਦਾ ਐਂ ਹੀ ਹੋਰ ਵੀ ਕਈ ਸਾਥੀ ਸੀ, ਕਈ ਅੱਜ ਵੀ ਨੌਜਵਾਨ ਸਾਥੀ ਆ। ਬੜਾ ਦੁੱਖ ਲੱਗਦਾ ਵੀ ਕਿਹੜੇ ਪਾਸੇ ਨੂੰ ਚੱਲ ਗਈ ਗੱਲਾਂ, ਇਹ ਰਾਹ ਕਿਹੜੇ ਇਹਨਾਂ ਨੇ ਮਤਲਬ
ਜਾਨਾਂ ਗਵਾ ਚਲੇ ਗਈਆਂ, ਜਦ ਕਿ ਹੱਸਦੇ ਖੇਡਦੇ ਸਾਰੇ ਇੱਥੇ ਹੀ ਮਤਲਬ ਇੱਕ ਛੋਟੇ ਜਿਹੇ ਮਤਲਬ ਲੜਾਈ ਤੋਂ ਸ਼ੁਰੂਆਤ ਹੋਈ, ਅੱਜ ਉਹ ਜਾਨ ਤੱਕ ਚਲੇ ਗਈਆਂ ਉਹਨਾਂ ਸਾਰਿਆਂ ਦੀਆਂ। ਬੜੇ ਬੜੇ ਸਾਥੀ ਸੀ, ਉਹਨਾਂ ਦੇ ਕਾਮਰਿਆਂ ਦੇ ਨਾਮ ਵੀ ਨਹੀਂ ਲਿੱਤੇ ਜਾ ਸਕਦੇ, ਜਿਨ੍ਹਾਂ ਨਾਲ ਬੜਾ ਯਾਰ ਦੋਸਤਾਂ ਨਾਲ ਯਾਰੀ ਦੋਸਤੀ ਰਹੀ ਆ, ਅੱਜ ਨਹੀਂ ਹੈਗੇ ਦੁਨੀਆ 'ਚ। ਅੱਜ ਕਿਤੇ ਨਾ ਕਿਤੇ ਬੰਦਾ ਵਾਪਸ ਨਹੀਂ ਆ ਸਕਦਾ, ਠੀਕ ਹੈ। ਕਈਆਂ ਦੀ ਨੈਚੁਰਲ ਡੈਥ ਵੀ ਹੋਈ, ਕਈਆਂ ਦੇ ਵੈਸੇ ਵੀ, ਲੇਕਿਨ ਕਈਆਂ ਨੂੰ ਗੋਲੀਆਂ ਵੱਜ ਗਈਆਂ, ਕੋਈ ਸਾਥੀ ਨਹੀਂ ਰਿਹਾ। ਲਾਰੈਂਸ ਬਿਸ਼ਨੋਈ ਹੁਣੀ ਤੁਹਾਡੇ ਤੋਂ ਕਾਫੀ ਜੂਨੀਅਰ ਸੀ, ਲਾਰੈਂਸ ਬਿਸ਼ਨੋਈ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਤੁਸੀਂ, ਜਾਂ ਹੋਰ ਜਿਹੜੇ ਸਾਥੀ ਸੀ ਉਹਨਾਂ ਨੂੰ ਵੀ, ਜਿਵੇਂ ਤੁਸੀਂ ਸ਼ੇਰੇ ਹੋਣਾ ਦਾ ਜ਼ਿਕਰ ਕਰਿਆ? ਦੇਖੋ, ਗੱਲਬਾਤ ਕਰਨਾ ਔਰ ਇੱਕ ਗੱਲ ਨੂੰ ਇੰਕਰੇਜ ਕਰਨਾ, ਇੱਕ ਪਾਸੇ ਤੁਸੀਂ ਇੱਕ ਬੰਦੇ ਦਾ ਮੰਨ ਲਓ ਲਾਰੈਂਸ ਥੋੜ੍ਹਾ ਲੜਨ ਵਾਲਾ ਸੀਗਾ, ਉਹਨੂੰ ਬਾਰ-ਬਾਰ ਬੰਦੇ ਨੇ ਵਰਤ ਲੈਣਾ ਉਹਨੂੰ। ਜੇ ਮੰਨ ਲਓ ਅਸੀਂ ਮਤਲਬ ਇਹੀ ਹੁੰਦਾ ਨਾ, ਲੀਡਰ ਵਰਤ ਲੈਂਦੇ ਆ, ਤੁਸੀਂ ਲੜਾਈ ਹੋ ਜਾਣੀ, ਫਿਰ ਉਸ ਤੋਂ ਲੜਾਈ ਤੋਂ ਅਗਲੀ ਲੜਾਈ ਹੋ ਜਾਣੀ, ਉਹ ਗਲਤ ਸੀ। ਸਾਡੀ ਇਹ ਕੋਸ਼ਿਸ਼ ਹੁੰਦੀ ਸੀ ਵੀ ਲੜਾਈਆਂ ਨਾ ਹੋਣਾ, ਵੀ ਆਪਾਂ ਇਸ ਕੰਮ ਵਿੱਚ ਕੀ ਰੱਖਿਆ, ਛੱਡੋ ਯਾਰ ਲੜਾਈ ਨਹੀਂ ਕਰਨੀ, ਆਪਾਂ ਇਹ ਨਾ ਪਾਸੇ ਨੂੰ ਚਲੀਏ। ਲੇਕਿਨ ਉਹ ਸ਼ਾਇਦ ਕਈ ਲੋਕ ਉਹਨਾਂ ਨੂੰ ਵਰਤ ਗਏ, ਕਈ ਲੋਕ ਉਹਨਾਂ ਨੂੰ ਇਸ ਚੀਜ਼ ਨੂੰ ਹੋਰ ਹੱਲਾਸ਼ੇਰੀ ਦੇ ਗਏ। ਉਹਨਾਂ ਨੂੰ ਰਿਅਲਾਈਜ਼ ਨਹੀਂ ਹੁੰਦਾ ਸੀ ਕਿ ਸਾਨੂੰ ਵਰਤਿਆ ਜਾ ਰਿਹਾ? ਨਹੀਂ ਹੁੰਦਾ। ਵਰਤਣ ਵਾਲੇ ਸਿਆਸਤਦਾਨ ਸੀ ਜਾਂ ਪ੍ਰਧਾਨਗੀ ਵਾਲੇ ਰੌਲਿਆਂ ਦੇ ਵਿੱਚ ਹੀ ਸੀ? ਦੇਖੋ, ਉਹ ਕਿਸੇ ਦੀ ਵੀ ਹੁਣ ਯਾਰੀ ਦੋਸਤੀ ਹੁੰਦੀ, ਬਾਈ ਮੇਰੀ ਲੜਾਈ ਹੋ ਗਈ, ਆ ਜਾਓ ਚਲੀਏ, ਚੱਕਰ ਪੈ ਗਿਆ, ਆਓ ਚਲੀਏ। ਮੈਂ ਉਹੀ ਕਹਿੰਦਾ ਨਾ ਵੀ ਉਹ ਯਾਰੀ ਦੋਸਤੀਆਂ ਦੇ ਵਿੱਚ ਹੌਲੀ ਹੌਲੀ ਵਰਤੇ ਜਾਣ ਵਾਲੇ, ਫਿਰ ਉਹਨਾਂ ਨੂੰ ਕੋਈ ਹੋਰ ਲੋਕ ਵਰਤ ਜਾਂਦੇ ਆ। ਫਿਰ ਜਦੋਂ ਜਿਹੜਾ ਬੰਦਾ ਥੋੜ੍ਹਾ ਜਿਹਾ ਹੋਵੇ, ਫਿਰ ਉਹਨੂੰ ਵਰਤਣਾ ਸ਼ੁਰੂ ਜਦੋਂ ਹੋ ਜਾਏ, ਫਿਰ ਉਹ ਵੀ ਸਮਝ ਜਾਂਦਾ ਵੀ ਮੈਨੂੰ ਵਰਤ ਰਿਹਾ, ਬਟ ਉਹ ਵੀ ਉਸ ਲਾਈਨ ਦੇ ਵਿੱਚ ਪੈ ਜਾਂਦਾ, ਔਰ ਫਿਰ ਉਹ ਅੱਗੇ ਤੋਂ ਅੱਗੇ ਗੱਲ ਕਿਤੇ ਦੀ ਕਿਤੇ ਚੱਲ ਜਾਂਦੀ ਆ। ਮਤਲਬ ਅੱਜ ਇਹ ਚੀਜ਼ ਕਦੀ ਕਿਸੇ ਨੇ ਨਹੀਂ ਸੋਚੀ ਸੀ ਵੀ ਯਾਰ ਵੀ ਐਂ ਕਰਕੇ ਇਸ ਪਾਸੇ ਨੂੰ ਗੱਲਾਂ ਚਲੇ ਜਾਣਗੀਆਂ। ਲੇਕਿਨ ਹਾਂ, ਕਿਤੇ ਸਾਡੇ ਤੋਂ ਵੀ ਗਲਤੀਆਂ ਹੋਈਆਂ ਹੋ ਸਕਦੀਆਂ, ਸਾਰਿਆਂ ਤੋਂ ਹੁੰਦੀਆਂ, ਲੇਕਿਨ ਇਹਦੇ ਨਤੀਜੇ ਆ ਹੁੰਦੇ, ਅਤੇ ਅੱਜ ਸ਼ਾਇਦ ਸਾਰੇ ਜਿੰਨੇ ਜਿਹੜੇ ਸਾਥੀ ਨਹੀਂ ਵੀ ਰਹੇ, ਅੱਜ ਸਾਰੇ ਅਗਰ ਸਭ ਨੂੰ ਮੌਕਾ ਮਿਲਦਾ ਤਾਂ ਸ਼ਾਇਦ ਇਹ ਚੀਜ਼ਾਂ ਨੂੰ ਅਗਲੇ ਉਸ ਸਮੇਂ ਠੀਕ ਕਰਨ ਦੇ ਵਿੱਚ ਸ਼ਾਇਦ ਸਾਰੇ ਯੋਗਦਾਨ ਪਾ ਲੈਣ ਸਾਰੇ, ਕਿਉਂਕਿ ਇਕੱਠੇ ਪੜ੍ਹਦੇ ਰਹੇ। ਉਦੋਂ ਤਾਂ ਛੋਟੇ ਮੋਟੇ ਰੌਲੇ ਸੀ, ਪ੍ਰਧਾਨਗੀ ਦੇ ਰੌਲੇ ਹੋ ਗਏ, ਪਰ ਹੁਣ ਬੰਦਾ ਮਾਰਨ ਲੱਗਿਆ ਇੱਕ ਦੂਸਰੇ ਦਾ ਜਾਂ ਇੱਕ ਦੂਸਰੇ ਦੀ ਗੈਂਗ ਦੇ, ਕਿਉਂਕਿ ਹੁਣ ਤਾਂ ਗੈਂਗਸ ਬਣ ਗਈਆਂ, ਕਈ ਐਕਟਿਵ ਗੈਂਗਸ ਹੈਗੀਆਂ। ਹੁਣ ਕਹਿੰਦੇ ਕਿ ਇੱਕ ਦੂਜੇ ਦਾ ਬੰਦਾ ਮਾਰਨ ਲੱਗਿਆ ਵੀ ਹੱਥ ਨਹੀਂ ਕੰਬਦੇ, ਕਿਉਂਕਿ ਕਹਿੰਦੇ ਜੇਲ੍ਹਾਂ ਚੋਂ ਹੀ ਆਰਡਰ ਹੀ ਆਉਂਦਾ, ਹੱਥ ਨਹੀਂ ਕੰਬਦੇ, ਪਿਸਤੌਲ ਦਾ ਘੋੜਾ ਦਬਦਿਆ ਹੋਇਆ। ਦੇਖੋ, ਲੜਾਈਆਂ ਸਭ ਦੀਆਂ ਹੋਈਆਂ, ਸਾਡੀਆਂ ਵੀ ਯੂਨੀਵਰਸਿਟੀ 'ਚ ਲੜਾਈਆਂ ਹੋਈਆਂ। ਉਸ ਸਮੇਂ ਜਦੋਂ ਡਾਂਗ ਸੋਟਾ ਕਿਰਪਾਨ ਕਿਤੇ ਚੱਲਦੀ ਹੁੰਦੀ ਸੀ, ਉਦੋਂ ਬੰਦਾ ਰਿਅਲਾਈਜ਼ ਨਹੀਂ ਕਰਦਾ ਸੀਗਾ ਵੀ ਅੱਗੋਂ ਇਹਦਾ ਨਤੀਜਾ ਕੀ ਹੋ ਜਾਊਗਾ। ਇੱਕ ਫਤੂਰ ਹੁੰਦਾ ਸੀ ਬੰਦੇ ਦੇ ਦਿਮਾਗ 'ਚ, ਠੀਕ ਹੈ, ਕਿ ਬੰਦੇ ਦੇ ਦਿਮਾਗ 'ਚ ਇੱਕ ਪਾਗਲਪਨ ਨੂੰ ਕਹਿ ਲਓ ਤੁਸੀਂ ਹੁੰਦਾ ਸੀਗਾ ਕਿ ਅੱਜ ਮਤਲਬ ਮੰਨ ਲਓ ਉਹਦੇ ਨਾਲ ਲੜਨਾ ਵਾ, ਕਿਤੇ ਲੜਾਈ ਹੋ ਗਈ ਅਤੇ ਮਤਲਬ ਤੁਸੀਂ ਸਿਰ 'ਚ ਜਾ ਕੇ ਕਿਰਪਾਨ ਮਾਰਨੀ। ਕਿਸਮਤ ਚੰਗੀ ਸੀ, ਸ਼ਾਇਦ ਕੋਈ ਬਚ ਗਿਆ, ਸ਼ਾਇਦ ਇੰਨਾ ਹੀਨੀਅਸ ਕ੍ਰਾਈਮ ਨਹੀਂ ਹੋਇਆ, ਨਹੀਂ ਤਾਂ ਮਰ ਸਕਦਾ ਸੀ ਕੋਈ ਵੀ ਕਿਸੇ ਪੱਖ। ਸਾਡੇ ਟਾਈਮ ਦੇ ਉੱਤੇ ਲੜਾਈਆਂ ਹੋਈਆਂ, ਝਗੜੇ ਹੋਏ, ਲੇਕਿਨ ਸ਼ਾਇਦ ਕੋਈ ਮਰਿਆ ਨਹੀਂ। ਕਿਸਮਤ ਚੰਗੀ ਸੀ, ਮਰ ਜਾਂਦਾ ਤਾਂ ਸ਼ਾਇਦ ਜ਼ਿੰਦਗੀਆਂ ਬਦਲ ਜਾਂਦੀਆਂ, ਅਜੇ ਇੱਥੇ ਨਾ ਬੈਠੇ ਹੁੰਦੇ। ਯੂਨੀਵਰਸਿਟੀ ਦੇ ਵਿੱਚ ਵੀ ਕਈ ਵਾਰ ਲੜਾਈ ਹੋਈ, ਜਿਵੇਂ ਤੁਹਾਨੂੰ ਦੱਸ ਰਿਹਾ, ਸਾਥੀ ਹੁੰਦੇ ਸੀ, ਸਾਰਾ ਗਰੁੱਪ ਹੁੰਦਾ ਸੀ। ਸੈਂਟਰ 'ਤੇ ਕਈ ਵਾਰ ਲੜਾਈ ਹੋ ਜਾਣੀ, ਬਾਈ ਚਾਂਸ ਮੰਨ ਲਓ ਕਿਸੇ ਦੇ ਗਲਤ ਥਾਂ ਦੇ ਉੱਤੇ ਸੱਟ ਵੱਜ ਜਾਂਦੀ। ਇੱਕ ਵਾਰ UIT ਦੇ ਵਿੱਚ ਗੋਲੀ ਚੱਲ ਪਈ, ਵਿੱਕੀ ਮੇਰੇ ਨਾਲ ਖੜਾ ਸੀ, ਮੈਨੂੰ ਅੱਜ ਵੀ ਉਹਦੀ, ਵਿੱਕੀ ਗੌਂਡਰ ਦੀ ਗੱਲ ਕਰ, ਵਿੱਕੀ ਮਿੱਡੂ ਖੇੜਾ, ਹਾਂ, ਸਾਹਮਣੋਂ ਮੁੰਡਾ ਤੇਜਪਾਲ ਸੀਗਾ, ਕਹਿਣ 'ਚ ਕੋਈ ਅੱਜ ਵੀ ਉਹ ਮੈਨੂੰ ਯਾਦ ਆਉਂਦਾ। ਮਤਲਬ ਜਦੋਂ ਗੋਲੀ ਚੱਲੀ, ਇੱਕ ਬੰਦੇ ਨੇ ਪਿਸਤੌਲ ਕੱਢ ਲਿਆ, ਸਾਡਾ ਪਹਿਲਾ ਰਿਐਕਸ਼ਨ ਸੀ ਅਸੀਂ ਭੱਜਣ ਲੱਗੇ, ਵਿੱਕੀ ਨੇ ਬਾਂਹ ਫੜ ਲਈ, ਦਲੇਰ ਸੀ, ਕਹਿੰਦਾ ਜੇ ਭੱਜੇ ਤਾਂ ਗੋਲੀ ਮਾਰੂਗਾ। ਔਰ ਮੈਨੂੰ ਅੱਜ ਵੀ ਯਾਦ ਆਉਂਦਾ ਉਹ ਪਲ, ਅਸੀਂ ਖੜ ਗਏ ਨਾਲ, ਸ਼ਾਇਦ ਉਦੋਂ ਇੱਕ ਹੋਰ ਸਾਥੀ ਵੀ ਸੀਗਾ, ਅਤੇ ਵਿੱਕੀ ਨੇ ਕਿਹਾ ਤਾਂ ਵੀ ਮਾਰ ਗੋਲੀ, ਉਹਨੇ ਗੋਲੀ ਨਹੀਂ ਚਲਾਈ, ਲੇਕਿਨ ਮੰਨ ਲਓ ਅਗਰ ਉਹ ਗੋਲੀ ਮਾਰ ਦਿੰਦਾ ਅਤੇ ਅੱਜ ਸ਼ਾਇਦ ਨਾ ਹੁੰਦੇ। ਸੋ ਇਹ ਪਤਾ ਨਹੀਂ ਰੱਬ ਦੀ ਕਿਵੇਂ ਮਿਹਰ ਰਹੀ, ਬਖਸ਼ ਰਹੀ, ਜਿਹੜਾ ਉਸ ਦੌਰ 'ਚੋਂ ਅਸੀਂ ਨਿਕਲ ਗਏ। ਔਰ ਐਂ ਹੀ ਮੰਨ ਲਓ ਕਈ ਵਾਰ ਕਿਤੇ ਕਿਸੇ ਦਾ, ਕਈ ਸਾਥੀ ਜਿਵੇਂ ਝਗੜਾ ਕਿਸੇ ਦਾ ਹੋ ਜਾਂਦਾ, ਅਤੇ ਨਾਲ ਦੇ ਸਾਥੀ ਨੇ, ਜਿਵੇਂ ਯੂਨੀਵਰਸਿਟੀ ਇੱਕ ਵਾਰ ਸੈਂਟਰ 'ਤੇ ਲੜਾਈ ਹੋ ਗਈ, ਠੀਕ ਆ, ਡਾਂਗ ਸੋਟੇ ਨਿਕਲ ਗਏ, ਕਿਰਪਾਨਾਂ ਨਿਕਲੀਆਂ, ਉੱਥੇ ਮਸਲਾ ਬਣ ਗਿਆ। ਅਗਰ ਕਿਸੇ ਦੇ ਗਲਤ ਥਾਂ 'ਤੇ ਵੱਜ ਜਾਂਦੀ ਗੁੱਸੇ 'ਚ, ਜਾਂ ਕਿਸੇ ਦੇ ਪਤਾ ਨਾ ਚੱਲਦਾ, ਫਿਰ ਉਹਦੇ ਨਤੀਜੇ ਅੱਜ ਸ਼ਾਇਦ ਭੁਗਤਣੇ ਪੈਂਦੇ। ਸੋ ਮੈਂ ਇਹ ਕਹੂੰਗਾ ਵੀ ਰੱਬ ਦੀ ਵੀ ਮਿਹਰ ਰਹੀ, ਕਿਸਮਤ ਵੀ ਰਹੀ, ਵੀ ਸ਼ਾਇਦ ਅਸੀਂ ਇਸ ਦੌਰ 'ਚੋਂ ਐਂ ਨਿਕਲ ਗਏ, ਲੇਕਿਨ ਬੜੀ ਕਈ ਨਹੀਂ ਨਿਕਲ ਸਕੇ। ਸੋਚਦੇ ਹੋ ਕਈ ਵਾਰ ਵਰਿੰਦਰ ਜੀ, ਜਦੋਂ ਇਕੱਲੇ ਬੈਠੇ ਹੁੰਦੇ ਹੋ, ਕਿ ਜਦੋਂ ਨਾਲ ਦਿਆਂ ਨੂੰ ਥੋੜ੍ਹਾ ਜਿਹਾ ਇਮੈਜੀਨੇਸ਼ਨ ਕਰਦੇ ਹੋ ਉਹਨਾਂ ਨੂੰ,
ਕਿ ਜੇ ਥੋੜਾ ਜਿਹਾ ਹਲਕਾ ਜਿਹਾ ਵੀ ਪੈਰ ਸਲਿੱਪ ਹੋਇਆ ਹੁੰਦਾ ਤਾਂ ਕਿਤੇ ਬੜੈਲ ਜੇਲ੍ਹ ਬੈਠੇ ਹੁੰਦੇ, ਪੇਛੀਆਂ ਪੈਂਦੀਆਂ ਹੁੰਦੀਆਂ, ਜਾਂ ਪਟਿਆਲਾ, ਬਠਿੰਡਾ ਜਾਂ ਤਿਹਾੜ ਜੇਲ੍ਹ ਬੈਠੇ ਹੋਣਾ ਸੀ, ਸੰਭਾਲ ਕੇ ਆਪਣੇ ਆਪ ਨੂੰ ਉਸ ਸਮੇਂ ਤੇ? ਮੈਂ ਨਾ ਬੜੇ ਸਿੰਪਲ ਜੇ, ਮੇਰੇ ਫਾਦਰ ਬੜੇ ਘਰੋਂ ਆਉਂਦਾ, ਮਾਂ ਪਿਓ, ਫਾਦਰ ਸਾਹਿਬ ਬੈਂਕ ਮੈਨੇਜਰ ਸੀ। ਤੁਸੀਂ ਜਿੰਨਾ ਮਰਜ਼ੀ ਲੜ ਭਿੜ ਲਓ, ਜੋ ਮਰਜ਼ੀ ਕਰੋ, ਜਦੋਂ ਘਰੇ ਜਾਂਦੇ ਹੋ ਨਾ ਤੇ ਮਾਂ ਪਿਓ ਵੱਲ ਵੇਖਦੇ ਹੋ ਤੇ ਤੁਹਾਨੂੰ ਮਹਿਸੂਸ ਹੁੰਦਾ ਵਾ ਯਾਰ ਵੀ ਉਹਨਾਂ ਦੇ ਮਾਂ ਦੇ ਅਥਰੂ, ਪਿਓ ਦੀ ਬੇਵਸੀ। ਮੈਂ ਇੱਕ ਵਾਰ ਬੜੈਲ ਜੇਲ੍ਹ ਗਿਆ ਸੀ, ਤਾਂ ਮੈਂ ਪਹਿਲੀ ਵਾਰ ਗਿਆ ਸੀ ਤੇ ਉੱਥੇ ਰਜਿਸਟਰ ਦੇ ਉੱਤੇ ਦਾਦਾ ਜੀ ਦਾ ਨਾਂ ਲਿਖਣਾ ਪਿਆ। ਬੜੀ ਸ਼ਰਮ ਮਹਿਸੂਸ ਹੋਈ। ਲਿਖਦੇ ਆ ਵੀ ਉੱਥੇ ਐਂ ਲਿਖਾਉਂਦੇ ਆ ਨਾਮ, ਫਾਦਰਸ ਨੇਮ ਔਰ ਫਿਰ ਦਾਦੇ ਦਾ ਨਾਮ। ਮੇਰੇ ਦਾਦਾ ਜੀ ਬੜੇ ਐਜੂਕੇਸ਼ਨਿਸਟ ਸੀ, ਬੜਾ ਨਾਮ ਸੀ ਉਹਨਾਂ ਦਾ। ਬੜੀ ਸ਼ਰਮ ਮਹਿਸੂਸ ਹੋਈ ਵੀ ਯਾਰ ਮੈਂ ਆਪਣੇ ਦਾਦੇ ਦਾ ਨਾਮ ਲਿਖ ਰਿਹਾ ਔਰ ਜੇਲ੍ਹ ਦੇ ਵਿੱਚ ਬਹਿ ਕੇ ਲਿਖਣਾ ਪੈ ਰਿਹਾ। ਲੜਾਈ ਦੇ ਮਸਲੇ 'ਚ ਹੀ ਗਏ ਸੀ ਜੇਲ੍ਹ? ਹਾਂ, ਯੂਨੀਵਰਸਿਟੀ ਦੇ ਵਿੱਚ ਜਿਵੇਂ ਪਹਿਲੇ ਟੈਂਟ ਲੱਗਾ ਸੀ, ਮੈਂ ਸੀ ਮਲਤਾਨੀ ਸੀ, ਇੱਕ ਰਾਠੀ ਮੁੰਡਾ ਸੀ ਹਰਪ੍ਰੀਤ ਮਲਤਾਨੀ ਸੀ। ਮਲਤਾਨੀ ਅੱਜ ਵਕੀਲ ਆ, AAG ਆ, ਚੰਗੇ ਰਾਹ ਦੇ ਉੱਤੇ ਆ, ਠੀਕ ਆ। ਵੀ ਉਹ ਜਦੋਂ ਰਜਿਸਟਰ 'ਚ ਨਾਮ ਲਿਖਿਆ ਤੇ ਔਰ ਜਦੋਂ ਫਿਰ ਤੁਹਾਡਾ ਮਾਂ ਪਿਓ ਤੁਹਾਨੂੰ ਲੈਣ ਆਉਂਦਾ ਜੇਲ੍ਹ 'ਚੋਂ, ਅਕਸਰ ਮੈਂ ਇਹਨਾਂ ਨੂੰ ਇਹ ਕਿਹਾ ਸੀ ਮੈਨੂੰ ਲੈਣ ਨਾ ਆਇਓ, ਲੇਕਿਨ ਪਿਓ ਫਾਦਰ ਸਾਹਿਬ ਲੈਣ ਆਏ। ਔਰ ਬਾਹਰ ਮਤਲਬ ਹੁੰਦਾ ਕੀ ਸੀ, ਜਦੋਂ ਜੇਲ੍ਹ 'ਚੋਂ ਬੰਦਾ ਬਾਹਰ ਆਉਂਦਾ ਸੀ ਤੇ ਨਾ ਮੁੰਡੇ ਬਹੁਤ ਆਉਂਦੇ ਹੁੰਦੇ ਸੀ ਲੈਣ, ਲੇਕਿਨ ਉੱਥੇ ਤੁਹਾਡਾ ਪਿਓ ਵੀ ਖੜ੍ਹਾ ਹੁੰਦਾ। ਔਰ ਫਿਰ ਜਦੋਂ ਤੁਸੀਂ ਘਰੇ ਜਾਂਦੇ ਹੋ ਤੁਹਾਨੂੰ ਇਹ ਮਹਿਸੂਸ ਹੁੰਦਾ ਵੀ ਯਾਰ ਵੀ ਅਸੀਂ ਕਿਹੜੇ ਰਾਹ ਦੇ ਉੱਤੇ ਚੱਲ ਪਏ ਹਾਂ। ਕਿਉਂਕਿ ਅਗਰ ਤੁਸੀਂ ਉਸ ਬੇਬਸੀ ਨੂੰ ਨਾ ਸਮਝ ਸਕੋ, ਆਪਣੇ ਪਿਓ ਦੀ ਨੂੰ, ਆਪਣੇ ਪਿਓ ਦੀ ਪੱਗ ਨੂੰ ਦਾਗ ਲੱਗਣ ਦੀ ਗੱਲ ਹੁੰਦੀ, ਕੋਈ ਨਹੀਂ ਮੰਨ ਸਕਦੇ। ਉਹ ਸ਼ਾਇਦ ਉਹ ਮੇਰੇ ਵਾਸਤੇ ਇੱਕ ਮੂਮੈਂਟ ਸੀਗਾ ਜਿੰਨਾ ਮੈਂ ਇਹ ਸੋਚਿਆ ਵੀ ਇਹ ਹੱਲ ਨਹੀਂ ਹੈਗਾ ਇਹ ਚੀਜ਼ਾਂ ਦਾ। ਫਰਸਟ੍ਰੇਸ਼ਨ ਹੁੰਦੀ ਆ ਅੰਦਰੋਂ। ਇੱਕ ਯੂਨੀਵਰਸਿਟੀ 'ਚ ਰਾਜਨੀਤੀ ਕਰਦੇ ਸੀਗੇ, ਲੇਕਿਨ ਕਈ ਵਾਰ ਨਹੀਂ ਚੀਜ਼ਾਂ ਕੰਟਰੋਲ 'ਚ ਰਹਿੰਦੀਆਂ ਔਰ ਇਸ ਰਾਹ ਦੇ ਉੱਤੇ ਬੰਦਾ ਚੱਲ ਪੈਂਦਾ। ਸਾਰੇ, ਮੈਂ ਤੁਹਾਨੂੰ ਇਹੀ ਕਹਿ ਰਿਹਾ ਨਾ, ਕੋਈ ਵੀ ਮਾਂ ਦੇ ਢਿੱਡੋਂ ਜੰਮਿਆ ਮੁੰਡਾ ਗੈਂਗਸਟਰ ਨਹੀਂ ਬਣਨ ਆਇਆ ਸੀ ਯੂਨੀਵਰਸਿਟੀ 'ਚ। ਕੋਈ ਮੁੰਡਾ ਇਹ ਸੋਚ ਨਾਲ, ਉਹ ਧਰਨੇ ਮਾਰਦੇ ਸੀ, ਧਰਨਿਆਂ ਦੇ ਵਿੱਚ ਕਿਤੇ ਲੜਾਈ ਹੁੰਦੀ ਆ, ਫਿਰ ਬੰਦੇ ਆਉਂਦੇ ਆ, ਫਿਰ ਉਹ ਇਸ ਪਾਸੇ ਨੂੰ ਚੱਲ ਪੈਂਦੇ। ਲੇਕਿਨ ਉਸ ਤੋਂ ਬਾਅਦ ਤੁਸੀਂ ਜਦੋਂ ਘਰੇ ਜਾਂਦੇ ਹੋ, ਸ਼ਾਇਦ ਕਈ ਵਾਰ ਉਹ ਚੀਜ਼ਾਂ ਤੁਹਾਨੂੰ ਅੰਦਰੋਂ ਝੰਜੋੜਦੀਆਂ ਵਾ। ਪਰ ਹੁਣ ਉਹਨਾਂ ਮੁੰਡਿਆਂ ਦੇ ਰੂਪ ਹੀ ਅੱਡ ਹੋਏ ਹੋਏ ਆ, ਵੱਡੀਆਂ ਵੱਡੀਆਂ ਗੈਂਗਾਂ ਚੱਲ ਰਹੀਆਂ ਉਹਨਾਂ ਮੁੰਡਿਆਂ ਦੀਆਂ। ਇਹਨਾਂ ਚੀਜ਼ਾਂ ਦਾ ਸੋਲੂਸ਼ਨ ਨਜ਼ਰ ਆਉਂਦਾ ਕੋਈ? ਬੜਾ ਆਪਣੇ ਆਪ ਨੂੰ ਮਹਿਸੂਸ ਵੀ ਹੁੰਦਾ। ਸ਼ਾਇਦ ਉਦੋਂ ਹੋਰ ਜ਼ੋਰ ਲਾ ਕੇ ਸਾਰਿਆਂ ਨੇ ਇਹ ਸਟੈਂਡ ਲਿੱਤਾ ਹੁੰਦਾ ਵੀ ਯਾਰ ਬਸ ਕਰੋ, ਇਹ ਸਾਰਾ ਬੰਦ ਕਰੋ ਸਾਰਾ ਕੁਛ। ਉਦੋਂ ਹਰ ਕੋਈ ਆਪਣੇ ਆਪਣੇ ਘਰ ਨੂੰ ਚਲਾ ਗਿਆ, ਛੱਡ ਯਾਰ ਮੈਂ ਕੀ ਲੈਣਾ, ਵੀ ਛੱਡ ਯਾਰ ਹੁਣ ਜੋ ਹੈਗਾ ਹੈਗਾ। ਅਗਰ ਉਦੋਂ ਇਹ ਚੀਜ਼ਾਂ ਰੁਕ ਗਈਆਂ ਹੁੰਦੀਆਂ ਸਾਰਿਆਂ ਨੇ ਇਕੱਠੇ ਹੋ ਕੇ, ਜਿੰਨੇ ਅੱਜ ਵੱਖਰੇਵੇਂ ਹੋਏ ਪਏ ਆ, ਜਿੰਨੇ ਅੱਜ ਸਾਰੇ ਵੱਖਰੇ, ਅਗਰ ਉਦੋਂ ਬਹਿ ਕੇ ਕਿਤੇ ਨਿਬੇੜ ਲੈਂਦੇ ਇਸ ਗੱਲ ਨੂੰ ਤੇ ਅੱਜ ਸ਼ਾਇਦ ਆਹ ਚੀਜ਼ਾਂ ਨਾ ਹੁੰਦੀਆਂ। ਲੇਕਿਨ ਆਹੀ ਤਰਾਸ਼ਦੀ ਆ ਵੀ ਉਦੋਂ ਅਸੀਂ ਰਿਅਲਾਈਜ਼ ਨਹੀਂ ਕੀਤਾ ਵੀ ਇਹ ਗੱਲਾਂ ਕਿੱਥੇ ਤੱਕ ਜਾਣਗੀਆਂ। ਵਾਰ-ਵਾਰ ਇੱਕ ਗੱਲ ਨਿਕਲ ਕੇ ਆਉਂਦੀ ਹੈ ਕਿ ਰਾਜਨੀਤਿਕ ਲੋਕਾਂ ਨੇ, ਸਿਆਸਤਦਾਨਾਂ ਨੇ ਮੁੰਡੇ ਵਰਤ ਲਏ, ਸਿਆਸਤ ਤੋਂ ਪ੍ਰੇਰਿਤ ਸੀ ਸਭ ਕੁਝ। ਇਸ ਚੀਜ਼ ਨੂੰ ਵਰਿੰਦਰ ਢਿੱਲੋਂ ਕਿਵੇਂ ਦੇਖਦੇ? ਕਿਉਂਕਿ ਸਟੂਡੈਂਟ ਲੀਡਰ ਸੀ ਤੁਸੀਂ, ਔਰ ਉਸ ਤੋਂ ਬਾਅਦ ਫਿਰ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਕੀ ਸਮਝਦੇ ਹੋ ਕਿ ਵਾਕਈ ਸਿਆਸਤਦਾਨਾਂ ਨੇ ਵਰਤੇ ਆ ਪੰਜਾਬ ਦੇ ਮੁੰਡੇ ਜਿਹੜੇ ਅੱਜ ਗੈਂਗਸਟਰ ਬਣੇ ਬੈਠੇ ਆ? ਵਰਤੇ ਤਾਂ ਹੈ ਹੀ ਆ, ਇਹਦੇ ਵਿੱਚ ਤਾਂ ਕਹਿਣ ਦੇ ਵਿੱਚ ਤਾਂ ਕੋਈ ਗੁਰੇਜ਼ ਹੁੰਦੀ ਨਹੀਂ। ਵਰਤੇ ਤਾਂ ਬਹੁਤ ਲੋਕਾਂ ਨੇ ਆ, ਕਾਫੀ ਲੀਡਰਾਂ ਨੇ ਆਪਣੀ ਲੋੜ ਨੂੰ ਵਰਤ ਲਏ। ਬੜੇ ਨੌਜਵਾਨ ਲੀਡਰਾਂ ਦੀ ਸ਼ਾਬਾਸ਼ੀ 'ਚ ਵੀ ਚੱਲ ਸ਼ਾਇਦ ਮੈਨੂੰ ਸੈੱਟ ਕਰ ਦੂਗਾ, ਉਹਨਾਂ ਮਗਰ ਲੜ ਪਏ, ਉਹਨਾਂ ਮਗਰ ਕਈਆਂ ਨੇ ਕਤਲ ਵੀ ਕਰਤੇ। ਲੇਕਿਨ ਅੱਜ ਮੈਨੂੰ ਨਹੀਂ ਲੱਗਦਾ ਸ਼ਾਇਦ ਹੀ ਕਿਸੇ ਲੀਡਰ ਨੇ ਕੋਈ ਬੰਦਾ ਖੜਾ ਕੀਤਾ ਹੋਊਗਾ। ਵਰਤ ਕੇ ਆਪ ਲੀਡਰ ਬਣੀ ਗਏ, ਬੰਦੇ ਵਰਤ ਕੇ ਸੁੱਟੀ ਗਏ, ਔਰ ਅੱਜ ਉਹਦਾ ਨਤੀਜਾ ਵਾ ਜਿਹੜਾ ਆਪਣੇ ਸਾਰਿਆਂ ਦੇ ਸਾਹਮਣੇ। ਤਾਂ ਹੀ ਲੀਡਰਾਂ ਨੂੰ ਲੋਕ ਮਾੜਾ ਕਹਿ ਰਹੇ। ਅੱਜ ਲੀਡਰਾਂ ਦੀ ਇੱਜ਼ਤ ਕਿਉਂ ਨਹੀਂ ਆ? ਕਿਤੇ ਕਿਸੇ ਨੇ ਐਜ਼ ਅ ਬਦਮਾਸ਼ੀ 'ਚ ਵਰਤ ਲਿਆ, ਕਿਸੇ ਨੇ ਕੰਮ ਕਰਾ ਕੇ ਵਰਤ ਲਿਆ, ਵੋਟਾਂ ਪਾ ਕੇ ਵਰਤ ਲਏ, ਔਰ ਉਹਦਾ ਮੁੱਲ ਨਹੀਂ ਮੋੜਿਆ। ਇਹੀ ਮੁੰਡੇ ਸਾਂਭ ਲੈਂਦੇ। ਪਰ ਤੁਸੀਂ ਇਕੱਲੇ ਲੀਡਰਾਂ ਦਾ ਕਸੂਰ ਨਾ ਕੱਢੋ। ਮੈਂ ਰੋਪੜ ਤੋਂ ਇਲੈਕਸ਼ਨ ਲੜਦਾ, ਉੱਥੋਂ ਦਿਲਪ੍ਰੀਤ ਉੱਥੋਂ ਹੀ ਆਪਣਾ ਕੀ ਕਹਿੰਦੇ, ਹਾਂ ਦਿਲਪ੍ਰੀਤ ਉੱਥੇ ਪਿੰਡ ਦਾ ਸੀ। ਉਹਦੇ ਪਿੰਡ ਵਿੱਚ ਜਾ ਕੇ ਪੁੱਛੋ, ਬਹੁਤ ਸ਼ਰੀਫ ਮੁੰਡਾ ਸੀ। ਉਹਦਾ ਆਪਸ ਹੀ ਪਿੰਡ ਦੇ ਵਿੱਚ ਮੇਰੇ ਖਿਆਲ ਰਾਮ ਰੌਲਾ ਝਗੜਾ ਪੈ ਗਿਆ, ਉਦੋਂ ਨਹੀਂ ਰੁਕ ਸਕਿਆ। ਸਰਪੰਚ ਵੀ ਸੀ, SHO ਵੀ ਸੀ, ਹੋਰ ਵੀ ਕਈ ਸਾਥੀ ਸੀ। ਅਗਰ ਉਦੋਂ ਸਾਰੇ ਰਲ ਮਿਲ ਕੇ ਕਿਸੇ ਤਰ੍ਹਾਂ ਉਸ ਬੰਦੇ ਨੂੰ ਰੋਕ, ਕਈ ਲੜਾਈ ਝਗੜੇ ਹੁੰਦੇ ਪੰਜਾਬ 'ਚ। ਕਈ ਥਾਂ ਮੁੰਡੇ ਵਾਪਸ ਆ ਜਾਂਦੇ ਆ, ਕਈ ਥਾਂ ਪੇਰੈਂਟਸ ਸਟ੍ਰਿਕਟ ਹੋ ਜਾਂਦੇ ਆ, ਕਈ ਥਾਂ ਸਮਾਜ ਸਟ੍ਰਿਕਟ ਹੋ ਜਾਂਦਾ ਵਾ, ਔਰ ਉਹਨੂੰ ਹੱਲਾਸ਼ੇਰੀ ਨਹੀਂ ਦਿੰਦਾ।
ਉਹ ਮੁੰਡੇ ਸ਼ਾਇਦ ਬਚ ਜਾਂਦੇ ਆ, ਮੁੜ ਆਉਂਦੇ ਆ। ਇਹ ਸਟੋਰੀਆਂ ਜਿਹੜੀਆਂ ਬਣ ਗਈਆਂ, ਜਿਹੜੇ ਨਾਮ ਬਣ ਗਏ, ਬਹੁਤ ਉਹੋ ਜਿਹੇ ਨੌਜਵਾਨ ਆ ਜਿਹੜੇ ਸ਼ਾਇਦ ਨਹੀਂ ਬਣੇ। ਕੀ ਪਤਾ ਉਹਨਾਂ 'ਚ ਵੀ ਜਜ਼ਬਾ, ਇਹ ਜਿਹੜਾ ਤੁਸੀਂ ਇਹ ਆਪਣਾ ਜਜ਼ਬਾ ਸੀ, ਉਹਨਾਂ ਨੇ ਆਪਣਾ ਜਜ਼ਬਾ ਸਹੀ ਪਾਸੇ ਨੂੰ ਵਰਤ ਲਿਆ। ਉਹਨਾਂ ਨੇ ਆਪਣੀ ਐਨਰਜੀ ਨੂੰ ਸਹੀ ਪਾਸੇ ਨੂੰ ਚੈਨਲਾਈਜ਼ ਕਰ ਲਿਆ। ਲੇਕਿਨ ਕਈਆਂ ਨੇ ਸ਼ਾਇਦ ਉਹ ਐਨਰਜੀ ਨੂੰ ਸਹੀ, ਐਨਰਜੀ ਬਹੁਤ ਸੀ ਇਹਨਾਂ ਸਾਰਿਆਂ 'ਚ, ਲੇਕਿਨ ਉਹ ਐਨਰਜੀ ਸਹੀ ਪਾਸੇ ਨੂੰ ਚੈਨਲਾਈਜ਼ ਨਹੀਂ ਕਰ ਸਕੇ, ਔਰ ਉਹਦਾ ਨਤੀਜਾ ਅੱਜ ਆਪਾਂ ਸਾਰੇ ਭੁਗਤ ਰਹੇ ਹਾਂ। ਸੋ ਤੁਸੀਂ, ਮੈਂ ਉਹੀ ਕਹਿੰਦਾ ਨਾ ਵੀ ਇਕੱਲਾ ਸਰਕਾਰ ਨੂੰ ਜਾਂ ਲੀਡਰਾਂ ਨੂੰ ਜ਼ਿੰਮੇਵਾਰ ਨਾ ਰੱਖੋ। ਮਾਂ ਪਿਓ ਤੋਂ ਸ਼ੁਰੂ ਹੁੰਦੀ ਜ਼ਿੰਮੇਵਾਰੀ, ਉਸ ਤੋਂ ਅੱਗੇ ਘਰ ਦਾ ਮਾਹੌਲ, ਪਿੰਡ ਦਾ ਮਾਹੌਲ, ਆਲੇ ਦੁਆਲੇ ਵਾਲਾ ਮਾਹੌਲ, ਤੁਹਾਨੂੰ ਨੌਕਰੀ ਮਿਲਦੀ ਹੈ ਕਿ ਨਹੀਂ ਮਿਲਦੀ, ਤੁਸੀਂ ਸੈਟਿਸਫਾਈ ਹੁੰਦੇ ਹੋ ਕਿ ਨਹੀਂ ਹੁੰਦੇ। ਤੁਸੀਂ ਅੱਜ ਦੇਖਣਾ ਵੀ ਨੌਜਵਾਨ ਉਹ ਵੇਖ ਰਿਹਾ ਵੀ ਯਾਰ ਇਹ ਤਾਂ ਕਰੋੜਾਂ ਕਮਾ ਰਹੇ ਔਰ ਮੇਰੇ ਕੋਲ ਯਾਰ ਕੋਈ ਸਾਧਨ ਹੀ ਨਹੀਂ ਹੈਗਾ। ਫਾਈਨੈਂਸ਼ੀਅਲ ਬਹੁਤ ਵੱਡਾ ਕਾਰਨ ਆ ਮੁੰਡਿਆਂ ਦਾ ਇਸ ਰਾਹ ਦੇ ਉੱਤੇ ਤੁਰਨਾ। ਜਦੋਂ ਨੌਕਰੀ ਮਿਲਣੀ ਨਹੀਂ, ਰੁਜ਼ਗਾਰ ਮਿਲਣਾ ਨਹੀਂ, ਔਰ ਕਿਤੇ ਨਾ ਕਿਤੇ ਧੱਕਾ ਹੋਣਾ। ਜਿਵੇਂ ਮੈਂ ਤੁਹਾਨੂੰ ਸ਼ਾਰਟ ਪੁੱਟਰ ਦੀ ਗੱਲ ਦੱਸ ਰਿਹਾ ਸੀ, ਉਹਨੂੰ ਕਿਤੇ ਸਿਲੈਕਸ਼ਨ ਨਹੀਂ ਹੋਈ, ਉਹਨੂੰ ਲੱਗਾ ਮੇਰੇ ਨਾਲ ਨਾ ਇਨਸਾਫੀ ਹੋ ਗਈ, ਔਰ ਨਾ ਇਨਸਾਫੀ ਦਾ ਬਦਲਾ ਲੈਣ ਨੂੰ ਉਹਨੇ ਆਪਣੀ ਮਸਲ ਪਾਵਰ ਯੂਜ਼ ਕੀਤੀ, ਔਰ ਉਹਦੇ ਨਤੀਜੇ ਅੱਜ ਆਪਾਂ ਸਾਰੇ, ਬਦਲਾ ਪੂਰਾ ਹੋ ਗਿਆ ਸੀ। ਮੈਂ ਉਹੀ ਕਹਿ ਰਿਹਾ ਨਾ ਤੁਹਾਨੂੰ ਵੀ ਸਿਸਟਮ ਦੇ ਖਿਲਾਫ ਲੜਦੇ ਲੜਦੇ ਉਹ ਇਸ ਦਲਦਲ ਦੇ ਵਿੱਚ ਐਂ ਧੱਸਦੇ ਗਏ। ਇਹਨਾਂ ਦੀ ਸਮਝ ਇੰਨੀ ਨਹੀਂ ਹੁੰਦੀ ਵੀ ਇਹ ਸੋਚ ਕੇ ਆਉਂਦੇ ਵੀ ਅਸੀਂ ਇਸ ਰਾਹ ਦੇ ਉੱਤੇ ਚੱਲਣਾ। ਹੌਲੀ ਹੌਲੀ ਜਦੋਂ ਇੱਕ ਪੰਗਾ ਪੈ ਜਾਂਦਾ, ਫਿਰ ਆਪਣੀ ਜਾਨ ਬਚਾਉਣ ਨੂੰ ਬੰਦਾ ਹੋਰ ਚਾਰ ਜੋੜਦਾ ਵੀ ਜਾਨ ਤਾਂ ਸਭ ਨੂੰ ਪਿਆਰੀ ਆ ਨਾ, ਕੌਣ ਮਰਨਾ ਚਾਹੁੰਦਾ। ਅੱਜ ਇਹੀ ਨੌਜਵਾਨ, ਤੁਸੀਂ ਮੈਂ ਕਹੂੰਗਾ ਕਈ ਆਪਣੇ ਗੈਂਗਸਟਰ ਭਗਤ ਸਿੰਘ ਦੀ ਫੋਟੋ ਲਾਉਂਦੇ ਆ, ਕੋਈ ਕਿਸੇ ਹੋਰ ਦੀ ਫੋਟੋ ਲਾਉਂਦੇ ਆ। ਤੁਸੀਂ ਵੇਖੋ ਨਾ ਵੀ ਉਹਨਾਂ ਦੀ ਸੋਚ ਕੀ ਸੀ, ਕਿ ਉਹ ਗੈਂਗਸਟਰ ਬਣਨਾ ਚਾਹੁੰਦੇ ਸੀ, ਨਹੀਂ ਬਣਨਾ ਚਾਹੁੰਦੇ ਸੀ। ਲੇਕਿਨ ਭਾਵੇਂ ਤੁਸੀਂ ਸਰਕਾਰ ਕਹਿ ਲਓ, ਹਾਲਾਤ ਕਹਿ ਲਓ, ਮਾਨਸਿਕ ਤੌਰ 'ਤੇ ਕਮਜ਼ੋਰ ਕਹਿ ਲਓ। ਪਰ ਅੱਜ ਦੇ ਸਮੇਂ ਬਰਿੰਦਰ ਜੀ ਹਾਲਾਤ ਅਸੀਂ ਲਗਾਤਾਰ ਅਖਬਾਰ ਵੀ ਦੇਖਦੇ ਹਾਂ ਜਾਂ ਖਬਰਾਂ ਜਿਹੜੀਆਂ ਆਉਂਦੀਆਂ ਨੇ, ਉਹਦੇ ਵਿੱਚ ਇਹ ਹੈ ਕਿ ਇੱਕ ਬੰਨੇ ਤਾਂ ਸ਼ਹੀਦ ਭਗਤ ਸਿੰਘ ਹੁਣਾਂ ਦੀ ਫੋਟੋ, ਦੂਜੇ ਬੰਨੇ ਫੋਨ ਕਰਕੇ ਫਰੋਤੀਆਂ ਮੰਗੀਆਂ ਜਾਂਦੀਆਂ। ਉਹੀ ਕਹਿ ਰਿਹਾ ਨਾ, ਅੱਜ ਤਾਂ ਤਮਾਸ਼ਾ ਹੀ ਆ ਭਾਜੀ। ਅੱਜ ਤਾਂ ਲੋਕ ਵੀ ਉਹੀ ਸਿੱਧੂ ਨੂੰ 36,000 ਵੋਟ ਪੈਂਦੀ ਆ ਮਾਨਸੇ 'ਚੋਂ, ਔਰ ਦੂਜੇ ਨੂੰ ਲੱਖ ਵੋਟ ਪੈ ਜਾਂਦੀ। ਔਰ ਜਦੋਂ ਦਾ ਹੁੰਦਾ ਤੇ ਲੱਖਾਂ ਦੀ ਤਾਦਾਦ ਦੇ ਉੱਤੇ ਅੰਤਿਮ ਸੰਸਕਾਰ ਵਾਲੇ ਦਿਨ, ਔਰ ਉਹੀ ਸਿੱਧੂ ਦੀ ਸੋਚ ਤਾਂ ਨਹੀਂ ਬਦਲੀ ਨਾ, ਸਿੱਧੂ ਤਾਂ ਉਹੀ ਸੀ। ਠੀਕ ਆ, ਉਹ ਲੋਕ ਇਮੋਸ਼ਨਲ ਤੌਰ 'ਤੇ ਆਏ ਸੀ, ਉਹਦੇ ਨਾਲ ਸਹਾਨੂਭੂਤੀ ਸੀ। ਲੇਕਿਨ ਇਲੈਕਸ਼ਨਾਂ ਤੋਂ ਪਹਿਲਾਂ ਤੁਸੀਂ ਵੇਖੋ ਕੀ ਹੋਇਆ ਸੀ। ਅਸੀਂ ਵੀ ਕਿਤੇ ਨਾ ਕਿਤੇ, ਕਈ ਸਾਨੂੰ ਸਾਥੀ ਕਹਿੰਦੇ ਤੁਸੀਂ ਤਾਂ ਇਹਦਾ ਵਿਰੋਧ ਕਰਦੇ ਸੀ, ਉਹਨੂੰ ਗਾਣਾ ਕੱਢਣਾ ਪਿਆ ਉਹਦਾ ਪੂਰਾ ਉਹਦੇ ਬਦਲੇ ਦੇ ਵਿੱਚ ਕਿ ਹੁਣ ਮੈਨੂੰ ਦੱਸੋ। ਜਿਵੇਂ ਸਾਨੂੰ ਵੀ ਕਈ ਲੋਕਾਂ ਨੇ ਕਿਹਾ ਵੀ ਤੁਸੀਂ, ਅਸੀਂ ਅੱਜ ਲੋਕਾਂ ਦੀ ਸਮਝ ਜਿਹੜੀ ਆ ਨਾ, ਉਹ ਬੜੀ ਛੇਤੀ ਕਨਕਲੂਜਨਸ ਤੇ ਆ ਜਾਂਦੇ ਆ। ਕੋਈ ਥੱਲੇ ਮੈਨੂੰ ਮੇਰਾ ਸਾਥੀ ਕਹਿੰਦਾ ਤੂੰ ਤਾਂ ਇਹਦਾ ਵਿਰੋਧ ਕਰਦਾ ਰਿਹਾ, ਅਸੀਂ ਉਹਦਾ ਵਿਰੋਧ ਨਹੀਂ, ਅਸੀਂ ਆਪਣੇ ਸਾਥੀ ਜਸਵਿੰਦਰ ਦਾ, ਅਗਰ ਅਸੀਂ ਉੱਥੇ ਉਹਦੇ ਹੱਕ ਵਿੱਚ ਗਏ ਸੀ, ਉਹਦਾ ਵਿਰੋਧ ਨਹੀਂ ਸੀ। ਲੇਕਿਨ ਇਹ ਚੀਜ਼ਾਂ ਨੂੰ ਲੋਕ ਸਮਝਦੇ ਕਿਵੇਂ ਆ, ਲੋਕਾਂ ਦੀ ਜਿਹੜੀ ਸਮਝ ਆ ਨਾ ਉਹ ਬਹੁਤ ਘੱਟ ਗਈ, ਔਰ ਉਹੀ ਇਹਨਾਂ ਦੀ ਸਮਝ ਆ। ਅੱਜ ਇੰਟੈਲੈਕਚੁਅਲੀ ਅਸੀਂ ਬੈਂਕਰਪਟ ਹੋ ਚੁੱਕੇ ਹਾਂ। ਪੰਜਾਬ ਸਟੇਟ ਤੇ ਖਾਸ ਤੌਰ 'ਤੇ ਕਹਾਂ, ਬੜੀ ਛੇਤੀ ਜਿਹਨੂੰ ਇਗਨੋਰੈਂਟ ਬੰਦੇ, ਜਿਨ੍ਹਾਂ ਨੂੰ ਸਮਝ ਨਹੀਂ ਹੈਗੀ, ਉਹ ਸਭ ਤੋਂ ਵੱਧ ਚੀਕਾਂ ਮਾਰ ਮਾਰ ਕੇ ਨੈਰੇਟਿਵ ਬਣਾ ਰਹੇ ਆ। ਉਹ ਸਭ ਤੋਂ ਵੱਧ ਚੀਕਾਂ ਮਾਰ ਮਾਰ ਕੇ ਥੱਲੇ ਕਮੈਂਟ ਕਰਦੇ ਆ, ਕਈ ਕੁਛ ਕਹਿੰਦੇ ਆ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ। ਔਰ ਜਿਹੜਾ ਸਮਝਦਾਰ ਬੰਦਾ ਵਾ ਉਹ ਸ਼ਾਂਤ ਹੋ ਕੇ ਬੈਠ ਗਿਆ। ਇਹਦਾ ਨਤੀਜਾ ਇਹ ਆ ਵੀ ਅੱਜ ਇਹ ਆਪਣਾ ਸਮਾਜ ਡਾਇਰੈਕਸ਼ਨਲੈਸ ਹੋ ਗਿਆ, ਵਿਜ਼ਨਲੈਸ ਹੋਇਆ ਪਿਆ। ਕਈ ਚੰਗੇ ਲੋਕ ਵੀ ਆ, ਲੇਕਿਨ ਉਹਨਾਂ ਦੀ ਗਿਣਤੀ ਘਟੀ ਜਾ ਰਹੀ ਆ ਔਰ ਮਾੜਿਆਂ ਦੀ ਵਧੀ ਜਾ ਰਹੀ ਆ। ਉਹਦੇ ਕਰਕੇ ਨੌਜਵਾਨ ਇਸ ਪਾਸੇ ਨੂੰ ਚੱਲ। 2 ਮਿੰਟ ਹੋਰ ਲੈਣੇ ਆ, ਪਰ ਇਹ ਫਰੋਤੀ ਵਾਲਾ ਜਿਹੜਾ ਸਿਲਸਿਲਾ ਸ਼ੁਰੂ ਤੋਂ ਚਲੋ ਯੂਨੀਵਰਸਿਟੀ ਤੋਂ ਚੱਲ ਪਿਆ ਜਾਂ ਹੋਰ ਪਾਸਿਓਂ ਵੀ ਚੱਲ ਪਿਆ, ਪਰ ਹੁਣ ਜਿਹੜਾ ਹੈ ਹੁਣ ਤੇ ਕਲਚਰ ਬਣ ਗਿਆ। ਕਹਿੰਦੇ ਕਿ ਕੋਈ ਤਕੜਾ ਬਣ ਜਾਂਦਾ ਹੈ ਤਾਂ ਉਹਦੇ ਤੋਂ ਫਰੋਤੀਆਂ, ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਫਰੋਤੀਆਂ, ਔਰ ਇਹ ਸਿਸਟਮ, ਇਹ ਸਾਰਾ ਕਹਿੰਦੇ ਹੁਣ ਗੈਂਗਸ ਜਿਹੜੀਆਂ ਅੱਗੇ ਅੱਗੇ ਚੱਲ ਰਹੀਆਂ, ਉਹਨਾਂ ਨੂੰ ਸੈੱਟ ਕਰਨ ਵਾਸਤੇ ਇਹ ਸਿਸਟਮ ਕਿਵੇਂ ਸੈੱਟ ਹੋਏਗਾ? ਮੈਂ ਕਿਸੇ ਨੂੰ ਜਸਟੀਫਾਈ ਨਹੀਂ ਕਰਦਾ, ਪਰ ਮੈਂ ਜਦੋਂ ਇਸ ਬੰਦਾ ਇਸ ਰਾਹ ਤੇ ਚੱਲ ਪੈਂਦਾ ਨਾ, ਉਹਦੇ ਕੋਲ ਆਪਸ਼ਨ ਕੀ ਬਚਦੀ ਆ? ਕੰਮ ਉਹ ਕਰ ਨਹੀਂ ਸਕਦਾ, ਬਿਜ਼ਨਸ ਉਹ ਨਹੀਂ ਕਰ ਸਕਦਾ। ਮੈਂ ਜਸਟੀਫਾਈ ਨਹੀਂ ਕਰ ਰਿਹਾ ਉਸ ਚੀਜ਼ ਨੂੰ, ਲੇਕਿਨ ਆਹੀ ਰਾਹ ਦੇ ਉੱਤੇ ਚੱਲੂਗਾ। ਅਲਟੀਮੇਟਲੀ ਫਾਈਨੈਂਸ਼ੀਅਲ ਐਂਗਲ ਬਹੁਤ ਆਏ ਗੈਂਗ ਵਾਰ ਵਿੱਚ। ਇੱਕ ਵੱਖਰੀ ਬਿਜ਼ਨਸ ਆ, ਡਰੱਗ ਦਾ ਇੱਕ ਬਿਜ਼ਨਸ ਆ। ਹੁਣ ਜਿਹੜਾ ਨਹੀਂ ਉਹ ਕਰਦੇ, ਉਹ ਕਿੱਥੋਂ ਪੈਸਾ ਇਕੱਠਾ ਕਰਨ? ਅਲਟੀਮੇਟਲੀ ਉਹ ਇਸ ਪਾਸੇ ਨੂੰ ਚੱਲ ਪੈਂਦੇ ਆ। ਜਿੰਨਾ ਗੈਂਗ ਵਧਣਗੇ,
ਉਨੀਆਂ ਫਰੌਤੀਆਂ ਵਧਣਗੀਆਂ। ਅੱਜ ਬਹੁਤ ਪੰਜਾਬ 'ਚ ਲੋਕਾਂ ਨੂੰ ਕਾਲਾਂ ਆ ਰਹੀਆਂ ਜਿਨ੍ਹਾਂ ਦੇ ਸ਼ਾਇਦ ਕੈਮਰੇ 'ਤੇ ਵੀ ਨਹੀਂ ਲੋਕ ਆਉਂਦੇ, ਅਗਲੇ ਚੁੱਪ-ਚਾਪ ਪੈਸੇ ਦੇਣਾ ਪਸੰਦ ਕਰਦੇ ਵੀ ਛੱਡ ਯਾਰ ਜਾਨ ਬਚੀ। ਬੜੇ ਬਿਜ਼ਨਸਮੈਨ ਆ ਜਿਹੜੇ ਚੁੱਪ-ਚਪੀਤੇ ਪੈਸੇ ਦੇਈ ਜਾਂਦੇ ਆ ਕਿਉਂਕਿ ਸਿਸਟਮ ਤੋਂ ਵਿਸ਼ਵਾਸ ਉੱਠ ਗਿਆ। ਪੁਲਿਸ ਆਪਣਾ ਕੰਮ ਨਹੀਂ ਕਰ ਰਹੀ। ਪੁਲਿਸ ਦੇ ਵਿੱਚ ਸਿਰਫ ਸਜ਼ਾ ਦੇਣ ਦਾ ਸਿਸਟਮ ਆ, ਪੁਲਿਸ 'ਚ ਇਹਨਾਂ ਨੂੰ ਸੁਧਾਰਨ ਦਾ ਸਿਸਟਮ ਨਹੀਂ ਆ। ਅਗਰ ਲੱਖੇ ਵਰਗਾ ਨੌਜਵਾਨ ਕੋਈ ਇੱਕ ਅੱਧਾ ਇਸ ਚੀਜ਼ 'ਚੋਂ ਬਚ ਕੇ ਬਾਹਰ ਆ ਗਿਆ, ਅਗਰ ਲੱਖਾ ਤੁਸੀਂ ਇੱਕ ਐਗਜ਼ਾਮਪਲ ਹੈਗਾ, ਹੋਰ ਵੀ ਕਈ ਨੌਜਵਾਨ ਹੋਣਗੇ। ਪਿੱਛੇ ਜੇ ਇੱਕ ਮੁੰਡੇ ਦੀ ਹੋਰ ਦੀ ਉੱਥੇ ਬਠਿੰਡੇ ਗੋਲੀ ਮਾਰ ਕੇ ਹੱਤਿਆ ਹੋ ਗਈ, ਸ਼ਾਇਦ ਉਹ ਵੀ ਇਸ ਪਾਸੇ ਨੂੰ ਵਾਪਸ ਆਉਣਾ ਚਾਹ ਰਿਹਾ ਸੀਗਾ। ਕੁਲਵੀਰ ਨਰਵਾਣਾ ਦਾ ਜ਼ਿਕਰ ਸ਼ਾਇਦ ਮੇਰੇ ਖਿਆਲ ਉਹੀ ਸੀਗਾ। ਲੇਕਿਨ ਅੱਜ ਉਹ ਚੀਜ਼ਾਂ ਉਹਨਾਂ ਦਾ ਪਿੱਛਾ ਨਹੀਂ ਛੱਡਦੀਆਂ। ਕੁੜੀਆਂ ਦੇ ਵਿਆਹ ਕਰਾਉਣੇ ਸ਼ੁਰੂ ਕਰਤੇ ਸੀ ਉਸਨੇ। ਮੈਂ ਕਹਿ ਰਿਹਾ ਵੀ ਇਹ ਚੀਜ਼ਾਂ ਪਿੱਛਾ ਨਹੀਂ ਛੱਡਦੀਆਂ ਔਰ ਸਮਾਜ ਦੇ ਵਿੱਚ ਇਹਨਾਂ ਨੂੰ ਸੁਧਰਨ ਦਾ ਮੌਕਾ ਨਹੀਂ ਹੈਗਾ। ਅਗਰ ਸਮਾਜ ਦੇ ਵਿੱਚ ਇਹਨਾਂ ਨੂੰ ਸੁਧਰਨ ਦਾ ਮੌਕਾ ਮਿਲੇ ਸ਼ਾਇਦ, ਤੇ ਕੀ ਪਤਾ ਇਹ ਚੀਜ਼ਾਂ ਘਟਣ। ਲੇਕਿਨ ਪੁਲਿਸ ਦਾ ਕੰਮ ਆ ਜਾਂ ਤਾਂ ਐਨਕਾਊਂਟਰ ਕਰੋ ਜਾਂ ਫੜ ਕੇ ਅੰਦਰ ਦੇ ਦਿਓ ਔਰ ਉਸ ਤੋਂ ਬਾਅਦ ਉਹ ਜੋ ਮਰਜ਼ੀ ਕਰੀ ਜਾਣ। ਰੀਹੈਬਿਲਿਟੇਸ਼ਨ ਅੱਜ ਪੰਜਾਬ ਦੇ ਵਿੱਚ ਖਤਮ ਆ। ਇੱਕ ਤੁਸੀਂ 12 ਤੱਕ ਦਾ ਜ਼ਿਕਰ ਕੀਤਾ ਨਾ, ਅੱਜ 12 ਤੋਂ 22 10 ਸਾਲਾਂ ਦੇ ਵਿੱਚ ਤੁਸੀਂ ਵੇਖੋ ਕਿੱਥੇ ਦੀ ਗੱਲਾਂ ਕਿੱਥੇ ਪਹੁੰਚ ਗਈਆਂ। ਲੇਕਿਨ ਸ਼ਾਇਦ ਕਿਸੇ ਕੋਈ ਗੈਂਗਸਟਰ ਨੂੰ ਪੁਲਿਸ ਨੇ, ਸਟੇਟ ਨੇ, ਸਿਸਟਮ ਨੇ ਰੀਹੈਬਿਲਿਟੇਟ ਕੀਤਾ। ਸਰਕਾਰ ਕਾਹਨੂੰ, ਜਿਹੜੀਆਂ ਰਿਲੀਜੀਅਸ ਆਰਗੇਨਾਈਜੇਸ਼ਨਸ ਆ, ਜਿਹੜੇ ਸਮਾਜਿਕ ਸੰਸਥਾਵਾਂ ਵਾ, ਕੀ ਉਹਨਾਂ ਨੇ ਬਹਿ ਕੇ ਕਦੀ ਇਹਨਾਂ ਨੂੰ ਰੀਹੈਬਿਲਿਟੇਸ਼ਨ ਵਾਲੇ ਪਾਸੇ ਨੂੰ ਲਾਇਆ? ਕੀ ਜਿਹੜੇ ਨੌਜਵਾਨ ਅੱਜ ਆਪਣੇ ਹੀਰੋ ਕਿਹਨੂੰ ਮੰਨ ਰਹੇ ਆ? ਨੌਜਵਾਨ ਅੱਜ ਅਸਲੇ ਨੂੰ ਹੀਰੋ ਮੰਨਦਾ, ਮਸਲੇ ਨੂੰ ਹੀਰੋ ਨਹੀਂ ਮੰਨਦਾ। ਨੌਜਵਾਨ ਜਿਹੜਾ ਵੀ ਆ ਅੱਜ ਪ੍ਰਭਾਵਿਤ ਕਿਹਨਾਂ ਤੋਂ ਆ? ਬਾਗੀਆਂ ਤੋਂ ਪ੍ਰਭਾਵਿਤ ਆ। ਜਦ ਤੱਕ ਆਪਾਂ ਨੌਜਵਾਨਾਂ ਨੂੰ ਇਸ ਰਾਹ ਦੇ ਉੱਤੇ ਨਹੀਂ ਚਲਾਵਾਂਗੇ ਔਰ ਉਹਨਾਂ ਨੂੰ ਨਹੀਂ ਰੀਹੈਬਿਲਿਟੇਟ ਹੋਣ ਦਾ, ਆਪਣੀ એનર્ਜੀ ਕੰਜ਼ਿਊਮ ਕਰਨ ਦਾ। ਸਪੋਰਟਸ ਦੇ ਵਿੱਚ ਤੁਸੀਂ ਕਹਿੰਦੇ ਸਪੋਰਟਸ ਇੱਕ ਜ਼ਰੀਆ ਵਾ, ਤੁਸੀਂ ਵੇਖੋ ਸਪੋਰਟਸ 'ਚ ਕੀ ਕੁਛ ਚੱਲ ਰਿਹਾ। ਸਪੋਰਟਸ ਫਰੌਤੀਆਂ ਚੱਲ ਰਹੀਆਂ, ਸਪੋਰਟਸਮੈਨਾਂ ਦੇ ਵਿੱਚ, ਸਿਲੈਕਸ਼ਨਾਂ ਦੇ ਵਿੱਚ ਸਭ ਕੁਛ ਚੱਲ ਰਿਹਾ। ਸੋ ਇਹ ਕਿਤੇ ਨਾ ਕਿਤੇ ਵਿਕਰਮ ਜੀ ਸਾਰੇ ਸਿਸਟਮ ਦੀ, ਸਾਰੇ ਸਮਾਜ ਦੀ, ਇਕੱਲੇ ਦੀ ਗੱਲ ਦੇ ਉੱਤੇ ਆਪਾਂ ਨਹੀਂ ਸੁੱਟ ਸਕਦੇ। ਮਾਂ ਪਿਓ ਤੋਂ ਸ਼ੁਰੂ ਹੋ ਕੇ ਪਿੰਡ ਦੇ ਸਰਪੰਚ ਤੋਂ ਲੈ ਕੇ ਲੋਕਲ SHO ਤੋਂ ਲੈ ਕੇ ਟੌਪ ਮੋਸਟ ਸਟੇਟ ਦੇ ਲੀਡਰ ਤੱਕ, ਤੁਹਾਡਾ ਪ੍ਰੈਸ ਦਾ ਕਿੱਡਾ ਵੱਡਾ ਰੋਲ ਹੈ ਇਹਦੇ ਵਿੱਚ, ਸਿੰਗਰਸ ਦਾ ਕਿੱਡਾ ਵੱਡਾ ਰੋਲ ਆ। ਹਰ ਕੋਈ ਆਪਣੀ ਜ਼ਿੰਮੇਵਾਰੀ ਛੱਡ ਦਿੰਦਾ ਵੀ ਯਾਰ ਮੇਰੀ ਜ਼ਿੰਮੇਵਾਰੀ, ਮੇਰੇ ਗਾਣਿਆਂ ਕਰਕੇ ਗੈਂਗਸਟਰ ਨਹੀਂ ਬਣੇ, ਇਹ ਤਾਂ ਸਰਕਾਰ ਕਰਕੇ ਬਣ ਗਏ। ਸਰਕਾਰ ਵਾਲੇ ਕਹਿੰਦੇ ਸਾਡੇ ਕਰਕੇ ਨਹੀਂ ਬਣੇ, ਗਾਣਿਆਂ ਕਰਕੇ ਬਣ ਗਏ। ਇਹ ਜ਼ਿੰਮੇਵਾਰੀ ਸਾਰਿਆਂ ਦੀ ਕਲੈਕਟਿਵ ਆ। ਹੱਲ ਕੀ ਹੈ ਫਿਰ? ਕਿਉਂਕਿ ਹੱਲ ਮੇਰੇ ਕੋਲ ਤਾਂ ਹੈ ਨਹੀਂ ਭਾਜੀ, ਕੋਈ ਆਈਡੀਆ ਹੋਵੇ। ਕਿਉਂਕਿ ਕਹਿੰਦੇ ਕਿ ਜਾਂ ਤਾਂ ਪੁਲਿਸ ਦੀ ਗੋਲੀ ਹੱਲ ਹੈ ਇਸ ਦਾ, ਕਹਿੰਦੇ ਕਿ ਐਨਕਾਊਂਟਰ ਕਰ ਦਿਓ। ਕਿਉਂਕਿ ਹੁਣ ਵੇਵ ਜਿਵੇਂ ਚੱਲ ਰਹੀ, ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਮਾਹੌਲ ਪੂਰੇ ਪੰਜਾਬ ਦਾ ਇਹ ਲੋਕ ਕਹਿੰਦੇ ਕਿ ਐਨਕਾਊਂਟਰ ਕਰ ਦਿਓ। ਐਨਕਾਊਂਟਰ ਪੁਲਿਸ ਦੀ ਗੋਲੀ ਹੱਲ ਹੈ? ਕਿਉਂਕਿ ਜਾਂ ਤਾਂ ਪੁਲਿਸ ਦੀ ਗੋਲੀ ਨਾਲ ਮਰਦਾ ਗੈਂਗਸਟਰ ਜਾਂ ਫਿਰ ਆਪਸ ਦੇ ਵਿੱਚ ਮੁੱਠਭੇੜ ਹੋ ਜਾਂਦੀ ਹੈ। ਮੈਂ ਪ੍ਰਿੰਸੀਪਲ ਦੀ ਗੱਲ ਕਰੂੰਗਾ, ਮੈਂ ਕਿਸੇ ਨੂੰ ਜਸਟੀਫਾਈ ਨਹੀਂ ਕਰ ਰਿਹਾ। ਜਿਹੜੇ ਲੋਕ ਅੱਜ ਐਨਕਾਊਂਟਰ ਮੰਗ ਰਹੇ ਆ, ਉਹ ਜਿਨ੍ਹਾਂ ਨੇ ਪਹਿਲਾਂ ਐਨਕਾਊਂਟਰ ਕੀਤੇ ਉਹਨਾਂ ਬਾਰੇ ਕੀ ਕੁਝ ਬੋਲਦੇ ਸੀ? ਐਨਕਾਊਂਟਰ ਅਗਰ ਹੱਲ ਹੁੰਦਾ ਤਾਂ ਐਨਕਾਊਂਟਰ ਤਾਂ ਪਹਿਲਾਂ ਵੀ ਹੋਏ ਪੰਜਾਬ 'ਚ। ਉਹਨਾਂ ਦੇ ਉੱਤੇ ਹੀ ਤੁਸੀਂ ਰਾਜਨੀਤੀ ਕਰਦੇ ਹੋ ਨਾ ਕਈ ਲੋਕ। ਤਾਂ ਪਹਿਲਾਂ ਫੇਕ ਐਨਕਾਊਂਟਰ ਦਾ ਵੀ ਜ਼ਿਕਰ ਆਉਂਦਾ ਤਾਂ ਕਹਿੰਦੇ ਕਿ ਹੁਣ ਵੀ ਐਨਕਾਊਂਟਰ ਤਾਂ ਫੇਕ ਹੀ ਹੋਊਗਾ ਨਾ। ਪੁਲਿਸ ਇਹ ਥੋੜ੍ਹਾ ਕਹੂਗੀ ਵੀ ਅਸੀਂ ਇਹਨੂੰ ਗੋਲੀ ਮਾਰਨਾ, ਤਾਂ ਕਿਤੇ ਵੀ ਕਾਨੂੰਨ ਦੇ ਵਿੱਚ ਨਹੀਂ, ਫੇਕ ਹੀ ਹੋਊਗੀ ਨਾ। ਜਿਹਨੂੰ ਬੁਲਾ ਕੇ ਆਪਾਂ ਗੋਲੀ ਮਾਰਨਗੇ, ਕਾਨੂੰਨ ਦੇ ਵਿੱਚ ਤਾਂ ਇਹਦਾ ਪ੍ਰੋਵੀਜ਼ਨ ਹੈ ਨਹੀਂ। ਫਿਰ ਆਪਾਂ ਜਿਹੜੇ ਪਹਿਲਾਂ ਐਨਕਾਊਂਟਰ ਹੋਏ ਆ ਉਹਨਾਂ ਨੂੰ ਜਸਟੀਫਾਈ ਕਰਾਂਗੇ, ਜਿਹੜੇ ਅੱਜ ਲੋਕ ਐਨਕਾਊਂਟਰ ਦੀ ਮੰਗ ਕਰਦੇ ਆ। ਸੋ ਐਨਕਾਊਂਟਰ ਤਾਂ ਕਿਤੇ ਵੀ ਹੱਲ ਨਹੀਂ ਆ ਨਾ। ਇਹ ਤਾਂ ਰੀਹੈਬਿਲਿਟੇਟ ਕਰਨਾ ਪਊਗਾ, ਸਮਾਜਿਕ ਸੰਸਥਾਵਾਂ ਨੂੰ ਅੱਗੇ ਆਉਣਾ ਪਊਗਾ। ਇੱਕ ਪੀੜ੍ਹੀ ਤਾਂ ਖਤਮ ਹੋ ਚੁੱਕੀ, ਉਹ ਵਾਪਸ ਨਹੀਂ ਆਉਂਦੀ। ਤੁਸੀਂ ਭੁੱਲ ਜਾਓ ਵੀ ਸ਼ਾਇਦ ਇਹਨਾਂ 'ਚੋਂ ਕੋਈ ਵਾਪਸ ਆ ਜਾਊਗਾ, ਲੇਕਿਨ ਜਿਹੜੀ ਆਉਣ ਵਾਲੀ ਪੀੜ੍ਹੀ ਆ, ਜਿਹੜੀ ਇਸ ਰਾਹ ਦੇ ਉੱਤੇ ਚੱਲ ਰਹੀ ਆ, ਉਹਨੂੰ ਰੋਕ ਸਕਦੇ ਆ। ਬਚਾਇਆ ਜਾ ਸਕਦਾ, ਉਸ ਨੂੰ ਬਚਾਇਆ ਜਾ ਸਕਦਾ। ਤੁਹਾਨੂੰ ਅਵੇਅਰ ਹੋਣਾ ਪੈਣਾ, ਪੋਲੀਟੀਕਲ ਕਲਾਸ ਨੂੰ ਅਵੇਅਰ ਹੋਣਾ ਪੈਣਾ, ਮੀਡੀਆ ਨੂੰ ਅਵੇਅਰ ਹੋਣਾ ਪੈਣਾ, ਸਾਰਿਆਂ ਨੂੰ ਅਵੇਅਰ ਹੋਣਾ ਪੈਣਾ। ਜਿਸ ਦਿਨ ਆਪਾਂ ਇਹਨਾਂ ਚੀਜ਼ਾਂ ਦੇ ਬਾਰੇ ਅਵੇਅਰ ਹੋਵਾਂਗੇ, ਜਦੋਂ ਆਪਾਂ ਇਹਨਾਂ ਚੀਜ਼ਾਂ ਬਾਰੇ ਗੰਭੀਰਤਾ ਦੇ ਨਾਲ ਲਾਈਨਾਂ ਖਿੱਚਾਂਗੇ। ਇਹ ਨਹੀਂ ਵੀ ਮੈਂ ਅੱਜ TV ਡਿਬੇਟ 'ਤੇ ਆ ਕੇ ਗੱਲਾਂ ਕਰ ਰਿਹਾ ਔਰ ਕੱਲ੍ਹ ਜਾ ਕੇ ਮੈਨੂੰ ਇਲੈਕਸ਼ਨ 'ਚ ਲੋੜ ਪਵੇ ਅਤੇ ਮੈਂ 10 ਮੁੰਡੇ ਬਦਮਾਸ਼ਾਂ ਨੂੰ ਕਹਾਂ ਆ ਜਾਓ ਬਈ ਆਪਾਂ ਵੇਖੀਏ ਇਹਨਾਂ ਚੀਜ਼ਾਂ ਨੂੰ। ਅਸੀਂ ਕੋਈ ਬਹੁਤੇ ਸਿੱਧੇ ਸਾਦੇ ਨਹੀਂ ਹੈਗੇ। ਸਾਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਉੱਤੇ ਆਪਣੇ ਆਪ ਦੇ ਵਿੱਚ ਸੁਧਾਰ ਲੈ ਕੇ ਆਉਣਾ ਪਊਗਾ। ਪੋਲੀਟੀਕਲ ਕਲਾਸ ਨੂੰ ਸੋਚਣਾ ਪਊਗਾ ਵੀ ਨਹੀਂ ਯਾਰ, ਵੀ ਅਸੀਂ ਵਿਚਾਰਾਂ ਦੀ ਲੜਾਈ ਕਰਨੀ ਆ, ਅਸੀਂ ਕਿਸੇ ਨੂੰ ਡਰਾਉਣ ਧਮਕਾਉਣ ਦੀ ਲੜਾਈ ਨਹੀਂ ਕਰਨੀ। ਕਦੀ ਪੁਲਿਸ ਨੂੰ ਵਰਤ ਲੈਂਦੇ ਆ, ਕਦੀ ਬੰਦਿਆਂ ਨੂੰ ਵਰਤ ਲਈਦਾ, ਔਰ ਇਹੀ ਚੀਜ਼ਾਂ ਹੁੰਦੀਆਂ। ਅੱਜ ਵੀ ਮੇਰੇ ਅੰਦਰ ਵੀ ਸ਼ਾਇਦ ਕਿਤੇ ਨਾ ਕਿਤੇ ਮੇਰੇ ਅੰਦਰ ਵੀ, ਮੈਂ ਨਹੀਂ ਇਹ ਕਹਿੰਦਾ ਵੀ ਅੱਜ ਮੈਂ ਇੱਥੋਂ ਜਾ ਕੇ ਮੈਂ ਕੱਲ੍ਹ ਨੂੰ ਕੀ ਪਤਾ ਮੇਰੇ ਤੋਂ ਵੀ ਕੋਈ ਗਲਤੀ ਹੋ ਜਾਏ, ਪਰ ਇਹ ਬੰਦੇ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਉਹ ਗਲਤੀ ਕਰਨ ਤੋਂ ਬਾਅਦ ਅਗਰ ਤਾਂ ਇੱਕ ਤਾਂ ਹੁੰਦਾ ਵੀ ਇੰਟੈਂਸ਼ਨਲ, ਇੱਕ ਬੰਦਾ ਰਾਹ ਇਸ 'ਚ ਚੱਲ ਪਿਆ, ਲੇਕਿਨ ਅਗਰ ਕਿਸੇ ਤੋਂ ਗਲਤੀਆਂ ਹੋਈਆਂ, ਅਣਜਾਣ 'ਚ ਹੋਈਆਂ, ਉਹਨਾਂ ਨੂੰ ਦੁਬਾਰਾ ਮੌਕਾ ਦੇਣ ਦੀ, ਮਾਫੀ ਦੇਣ ਦੀ
ਸਾਡੇ ਵਿੱਚ ਇੱਕ ਰੀਹੈਬਿਲਿਟੇਟ ਕਰਨ ਦੀ ਇੱਕ ਪ੍ਰਤੀਕਿਰਿਆ ਹੋਣੀ ਚਾਹੀਦੀ ਆ। ਜਦ ਤੱਕ ਆਪਾਂ ਇਸ ਸਮਾਜ ਆਪਣਾ ਇਸ ਸੋਚ ਵਾਲੇ ਪਾਸੇ ਨੂੰ ਜਾਊਗਾ, ਔਰ ਖਾਸ ਤੌਰ 'ਤੇ ਮੈਂ ਕਹੂੰਗਾ ਜਿਹੜੇ ਅੱਜ ਕਲਚਰਲ ਆਈਕਨਸ ਆ, ਸਿੰਗਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਕੀ ਬੋਲਦੇ ਹਾਂ, ਕੀ ਕਰਦੇ ਹਾਂ। ਅੱਜ ਇੰਸਟਾਗ੍ਰਾਮ ਫੇਸਬੁੱਕ ਦਾ ਜ਼ਮਾਨਾ ਵਾ, ਲਾਈਕਸ ਔਰ ਇਹਨਾਂ ਵਾਸਤੇ ਬੰਦੇ ਕੀ ਕੁਛ ਡਰਾਮੇ ਕਰਦੇ ਰਹਿੰਦੇ ਆ। ਅਸਲੇ ਫੜ ਰੀਲਾਂ ਬਣਦੀਆਂ, ਬੰਦੂਕਾਂ ਚਲਾਈਆਂ ਜਾਂਦੀਆਂ, ਔਰ ਉਹ ਫਿਰ ਲਾਈਕਸ ਨੂੰ ਵਧਾਇਆ ਚੜਾ ਕੇ ਵੇਖਿਆ ਜਾਂਦਾ। ਕਿਤੇ ਨਾ ਕਿਤੇ ਅੱਜ ਬੇਚੈਨੀ ਜ਼ਿਆਦਾ ਵਾ, ਇਸ ਬੇਚੈਨੀ ਨੂੰ ਖਤਮ ਕਰ। ਬਰਿੰਦਰ, ਜਿੱਦਾਂ ਤੁਸੀਂ ਸੋਚਦੇ ਹੋ ਇਹਨਾਂ ਚੀਜ਼ਾਂ ਬਾਰੇ, ਵਿੱਕੀ ਮਿੱਡੂ ਖੇੜਾ ਨਾਲ ਇਸ ਚੀਜ਼ ਨੂੰ ਲੈ ਕੇ ਚਰਚਾ ਹੁੰਦੀ ਸੀ ਤੁਹਾਡੀ? ਦੇਖੋ, ਮੈਂ ਤੁਹਾਨੂੰ ਫਿਰ ਕਹਿੰਦਾ, ਵਿੱਕੀ ਦੇ ਬਾਰੇ ਤੁਸੀਂ ਕਿਸੇ ਤੋਂ ਵੀ ਪੁੱਛ ਲਿਓ, ਵਿੱਕੀ ਬਹੁਤ ਮਦਦਗਾਰ ਬੰਦਾ ਸੀ, ਔਰ ਸ਼ਾਇਦ ਉਹਦਾ ਸਾਰਿਆਂ ਨਾਲ ਗੱਲ ਕਰਨਾ ਹੀ ਉਹਦੇ ਵਾਸਤੇ ਹਾਨੀਕਾਰਕ ਰਿਹਾ। ਵਿੱਕੀ ਪ੍ਰੋਐਕਟਿਵ ਸੀ, ਔਰ ਸਾਡੇ ਵੱਡਾ ਭਰਾ ਖੁਸ਼ਬਾਜ਼ ਜਟਾਣਾ, ਉਹਨੇ ਮੈਨੂੰ ਇੱਕ ਦਿਨ ਜ਼ਰੂਰ ਕਿਹਾ, ਕਹਿੰਦਾ ਯਾਰ ਜਦੋਂ ਇਹ ਚੀਜ਼ਾਂ, ਗੁਰਲਾਲ ਦਾ ਜਦੋਂ ਮਰਡਰ ਹੋਇਆ ਸਾਡੇ ਯੂਥ ਕਾਂਗਰਸ ਦੇ ਸਾਥੀ ਦਾ, ਸਾਰਿਆਂ ਨੂੰ ਬੜੀ ਝੰਜੋਰ ਕੇ ਰੱਖਤੀ ਉਸ ਚੀਜ਼ ਨੇ। ਤੇ ਉਦੋਂ ਖੁਸ਼ਬਾਜ਼ ਨੇ ਇਹ ਗੱਲ ਕਹੀ ਸੀ ਵੀ ਆਪਾਂ ਸਾਰੇ ਯਾਰ ਇਕੱਠੇ ਹੋ ਕੇ ਇਸ ਚੀਜ਼ ਨੂੰ ਵੇਖੀਏ ਵੀ ਇਹਦਾ ਕੰਮ ਬੜਾ ਪੁੱਠੇ ਪਾਸੇ ਨੂੰ ਚੱਲ ਪਿਆ, ਵੀ ਇਹ ਕੰਮ ਤਾਂ ਬਹੁਤ ਗਲਤ ਪਾਸੇ ਨੂੰ ਚੱਲ ਪਿਆ। ਪਰ ਵਿੱਕੀ ਇਸ ਗੱਲ ਨੂੰ ਮੰਨਦਾ ਸੀ, ਵਿੱਕੀ ਇਸ ਚੀਜ਼ ਨੂੰ ਸੈਂਸ ਕਰਦਾ ਸੀਗਾ ਵੀ ਯਾਰ ਹਾਂ ਇਹ ਕੰਮ ਹੋਰ ਪਾਸੇ ਨੂੰ ਚੱਲਿਆ ਹੋਇਆ, ਵੀ ਇਹਦਾ ਕੋਈ ਹੁਣ ਇਹ ਕਿਸੇ ਦੇ ਕੰਟਰੋਲ 'ਚ ਨਹੀਂ ਰਹੀਆਂ ਚੀਜ਼ਾਂ। ਦੇਖੋ, ਗੱਲ ਉਦੋਂ ਤੱਕ ਹੁੰਦੀ ਜਦ ਤੱਕ ਕਿਤੇ ਕੰਟਰੋਲ 'ਚ ਉਹਨੇ ਬਹਿ ਕੇ ਉਹਦਾ ਹੱਲ ਨਿਕਲ ਸਕੇ, ਲੇਕਿਨ ਉਹ ਸ਼ਾਇਦ ਚੀਜ਼ਾਂ ਕੰਟਰੋਲ ਤੋਂ ਬਾਹਰ ਹੋ ਚੁੱਕੀਆਂ ਸੀਗੀਆਂ, ਔਰ ਉਹਦਾ ਨਤੀਜਾ ਅੱਜ ਅਸੀਂ ਸਾਰੇ ਭੁਗਤ ਰਹੇ ਹਾਂ। ਔਰ ਇਹੋ ਜਿਹਾ ਨਤੀਜਾ ਜਿਹੜਾ ਸ਼ਾਇਦ ਸਾਰਿਆਂ ਨੂੰ ਇੱਕ ਦੋ ਛੋਟੇ ਸਵਾਲ ਨੇ। ਸੋਸ਼ਲ ਮੀਡੀਆ ਤੇ ਪੋਸਟ ਪੈਂਦੀ ਹੈ ਕਿ ਵਿੱਕੀ ਮਿੱਡੂ ਖੇੜਾ ਦੇ ਸਾਡਾ ਭਰਾ ਸੀ, ਲਾਰੈਂਸ ਗੈਂਗ ਕਹਿੰਦੀ ਹੈ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ, ਔਰ ਉਹ ਕਹਿੰਦੇ ਕਿ ਵਿੱਕੀ ਸਾਡਾ ਭਰਾ ਸੀ, ਬਦਲਾ ਲਿਆ ਜਾਊਗਾ, ਔਰ ਬਦਲੇ ਤੋਂ ਬਾਅਦ ਫਿਰ ਮੂਸੇ ਵਾਲੇ ਦਾ ਕਤਲ ਹੁੰਦਾ, ਕਹਿੰਦੇ ਕਿ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਸੀ, ਉਹ ਬਦਲਾ ਸੀ। ਇਹ ਆਪਸ ਦੇ ਵਿੱਚ ਹੀ ਚੱਲ ਰਿਹਾ ਟਕਰਾਅ ਇੱਕ ਦੂਸਰੇ ਦੇ ਨਾਲ। ਮੈਨੂੰ ਤਾਂ ਜ਼ਿਆਦਾ ਇਸ ਚੀਜ਼ ਦੇ ਬਾਰੇ ਪਤਾ ਨਹੀਂ ਆ, ਮੈਨੂੰ ਨਹੀਂ ਪਤਾ ਕਿੱਥੇ ਪੋਸਟਾਂ, ਕੌਣ ਜੇਲ੍ਹਾਂ 'ਚ ਬੈਠੇ, ਕਿੱਥੋਂ ਪੋਸਟਾਂ ਪੈ ਰਹੀਆਂ, ਔਰ ਕੌਣ ਇਸ ਚੀਜ਼ ਨੂੰ, ਏਜੰਸੀਆਂ ਦਾ ਕੀ ਰੋਲ ਹੈ ਇਹਦੇ ਵਿੱਚ, ਫਿਰ ਕਿੱਥੇ ਗਈਆਂ ਏਜੰਸੀਆਂ। ਜੇ ਫੇਸਬੁੱਕ ਦੇ ਉੱਤੇ ਤੁਸੀਂ ਕਲੇਮ ਕਰਨੀਆਂ ਇਹ ਚੀਜ਼ਾਂ, ਫਿਰ ਏਜੰਸੀਆਂ ਇਹ ਚੀਜ਼ਾਂ ਨੂੰ ਕਿਉਂ ਨਹੀਂ ਫੇਸਬੁੱਕ ਨਾਲ ਗੱਲ ਕਰਕੇ ਇਹੋ ਜਿਹੇ ਜਿੰਨੇ ਇਸ ਚੀਜ਼ਾਂ ਦੇ ਉੱਤੇ ਹੈਗੇ ਅਕਾਊਂਟ ਬੰਦ ਕਰਵਾਉਂਦੀ? ਕਿਉਂ ਮਤਲਬ ਸਟੇਟ ਦੀ ਜਿਹੜੀ ਪੁਲਿਸ ਆ ਉਹ ਇਹ ਚੀਜ਼ਾਂ ਨੂੰ ਮਤਲਬ ਇਹੀ ਹੈ ਨਾ, ਫਿਰ ਇਹ ਚੀਜ਼ ਹੀ ਵਧਾਵਾ ਦੇ ਰਹੀ ਆ ਨਾ। ਫਿਰ ਤੁਸੀਂ ਮੀਡੀਆ ਉਸ ਚੀਜ਼ ਨੂੰ ਵਧਾ ਚੜਾ ਕੇ ਆਪਣਾ ਇਹਨੂੰ ਚੀਜ਼ ਨੂੰ ਚੱਲਦਾ ਵਾ, ਫਿਰ ਏਜੰਸੀਆਂ ਦਾ ਕੰਮ ਕਿੱਥੇ ਰਹਿ ਗਿਆ? ਫਿਰ ਏਜੰਸੀਆਂ ਸਿਰਫ ਮਤਲਬ ਮੁੰਡੇ ਇਹਨਾਂ ਨੂੰ ਵਰਤ ਰਹੀ ਆ, ਕੀ ਇਹਨਾਂ ਬੰਦਿਆਂ ਨੂੰ ਵਰਤ ਰਹੀ ਆ ਵੀ ਤਾਂ ਕਿ ਮੇਨ ਮਸਲਿਆਂ ਤੋਂ ਧਿਆਨ ਹਟ ਕੇ ਇਹਨਾਂ ਦੇ ਗੈਂਗਵਾਰਾਂ ਵੱਲ ਧਿਆਨ ਆਵੇ। ਫੇਸਬੁੱਕ ਇੱਕ ਪ੍ਰਾਈਵੇਟ ਐਂਟੀਟੀ ਆ, ਫੇਸਬੁੱਕ ਤੋਂ ਅਕਾਊਂਟ ਡਿਲੀਟ ਹੋਣੇ ਕਿੱਡੀ ਕੁ ਗੱਲ ਆ? ਤੁਹਾਨੂੰ ਪਤਾ ਉੱਥੋਂ ਕ੍ਰਾਈਮ ਦਾ ਪਾਰਟ ਬਣ ਰਹੇ ਆ, ਤੇ ਤਾਂ ਈਜ਼ੀਲੀ ਕੋਈ ਵੀ ਨਵਾਂ ਵੀ ਬਣ ਸਕਦਾ, ਬਹੁਤ ਨਵਾਂ ਬੰਦਾ ਇਸ ਨਾਮ ਦੇ ਉੱਤੇ ਫੇਸਬੁੱਕ ਚੈੱਕ। ਫੇਸਬੁੱਕ ਕੋਈ ਏਡਾ ਵੱਡੀ ਆਰਗੇਨਾਈਜੇਸ਼ਨ ਆ, ਇਹਦਾ ਮਤਲਬ ਕ੍ਰਾਈਮ ਨੂੰ ਤੁਸੀਂ ਬੜਾਵਾ ਦਿਓਗੇ? ਮੈਂ ਸਿਰਫ ਤੁਹਾਨੂੰ ਇੱਕ ਸੋਲੂਸ਼ਨ ਦੀ ਗੱਲ ਕਰ ਰਿਹਾ। ਅਗਰ ਇੰਟੈਂਸ਼ਨ ਹੋਵੇ ਸਟੇਟ ਦੀ, ਅਗਰ ਸਟੇਟ ਦੀ ਇੰਟੈਂਸ਼ਨ ਹੋਵੇ ਵੀ ਅਸੀਂ ਕ੍ਰਾਈਮ ਖਤਮ ਕਰਨਾ ਵਾ, ਜੇਲ੍ਹਾਂ 'ਚੋਂ ਹੀ ਫੋਨ ਹੋ ਰਹੇ ਆ ਨਾ, ਹੋਰ ਤਾਂ ਨਹੀਂ ਕਿਤੋਂ ਬਾਹਰੋਂ ਫੋਨ ਹੋ ਰਹੇ। ਇੱਕ ਬਹੁਤ ਵੱਡੇ ਅਫਸਰ ਨੇ, ਛੋਟੀ ਜਿਹੀ ਗੱਲ ਮੈਂ ਐਡ ਆਨ ਕਰ ਦਿੰਦਾ ਇਹਦੇ ਵਿੱਚ ਹੀ, ਬਹੁਤ ਵੱਡੇ ਅਫਸਰ ਨੇ ਰਾਜਸਥਾਨ ਦੇ, ADGP ਨੇ, ਔਰ ਉਹ ਕਹਿੰਦੇ ਕਿ ਜੇਲ੍ਹਾਂ ਦੇ ਵਿੱਚੋਂ ਫੋਨ ਬੰਦ ਹੋ ਜੇ ਤਾਂ ਗੈਂਗਸ ਜਿਹੜੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ। ਫਿਰ ਤੁਸੀਂ ਵੇਖ ਲਓ ਕੌਣ ਗੈਂਗ ਬਣਾ ਰਿਹਾ, ਫਿਰ ਸਟੇਟ ਹੀ ਗੈਂਗ ਬਣਾ ਰਹੀ ਹੈ। ਫਿਰ ਤਾਂ ਸ਼ਰੇਆਮ ਹੀ ਗੱਲ ਆ ਵੀ ਸਟੇਟ ਪੁਲਿਸ ਜੈਮਰ ਲੱਗਣੇ ਚਾਹੀਦੇ ਆ, ਫੋਨ ਬੰਦ ਹੋਣੇ ਚਾਹੀਦੇ ਆ। ਤੇ ਫਿਰ ਅਗਰ ਗੈਂਗ ਖਤਮ, ਫਿਰ ਇਸ ਤੋਂ ਬਾਅਦ ਮਾਵਾਂ ਦੇ ਪੁੱਤ ਮਰਨੋਂ ਹਟ ਜਾਣਗੇ। ਹੋਰ ਸਟੇਟ ਕੀ ਚਾਹੁੰਦੀ ਆ? ਫਿਰ ਸਟੇਟ ਹਿੰਦੁਸਤਾਨ ਸਰਕਾਰ ਆ ਜਿਹੜੀ ਅੱਜ ਪਾਕਿਸਤਾਨ ਦੇ ਉੱਤੇ ਐਡਾ ਵੱਡਾ ਇਲਜ਼ਾਮ ਲਾ ਰਹੀ ਆ, ਉਹ ਪਾਕਿਸਤਾਨ ਇਹਨਾਂ ਨੌਜਵਾਨਾਂ ਨੂੰ ਹੀ ਵਰਤ ਕੇ ਅੱਗੇ ਇਹ ਸਭ ਕੁਛ ਕਰ ਰਿਹਾ ਨਾ। ਫਿਰ ਤਾਂ ਆਪਣੇ ਸਾਰਿਆਂ ਦੇ ਵਾਸਤੇ ਇਹ ਸਵਾਲ ਆ ਵੀ ਫਿਰ ਆਪਾਂ ਕਦੋਂ ਇਹ ਪੋਲੀਟੀਕਲ ਮੁੱਦਾ ਬਣੂਗਾ? ਕਦੋਂ ਨੌਜਵਾਨ ਇਹ ਸੋਚੂਗਾ ਵੀ ਨਹੀਂ ਯਾਰ ਇਹ ਜਿਹੜੀ ਸਾਡੀ ਸਰਕਾਰ ਜਿਹੜੀ ਅੱਜ ਮੌਜੂਦਾ ਵਾ, ਆਪਾਂ ਫਰੀ ਬੀਜ਼ ਦੀ ਰਾਜਨੀਤੀ 'ਚ ਪੈ ਜਾਂਦੇ ਹਾਂ, ਜਦ ਕਿ ਅੱਜ ਪੰਜਾਬ ਦਾ ਨੌਜਵਾਨ ਖਤਮ ਹੋ ਰਿਹਾ ਬਿਲਕੁਲ। ਜਾਂ ਤਾਂ ਉਹ ਗੈਂਗਸਟਰਾਂ ਵਾਲੇ ਪਾਸੇ ਆ, ਜਾਂ ਉਹ ਨਸ਼ਿਆਂ ਵਾਲੇ ਪਾਸੇ ਆ। ਔਰ ਪੰਜਾਬ ਕਿੱਥੇ ਖੇਡਾਂ ਦੇ ਵਿੱਚ ਕਿੱਥੇ ਸੀਗਾ, ਔਰ ਅੱਜ ਕਿੱਥੇ ਅਸੀਂ ਖੇਡਾਂ 'ਚ? ਹਰਿਆਣਾ ਸਾਡਾ ਨਾਲ ਦਾ ਸੂਬਾ ਵਾ, ਖੇਡਾਂ ਦੇ ਇਨਫਰਾਸਟਰਕਚਰ ਜ਼ਬਰਦਸਤ ਅੱਗੇ ਪਹੁੰਚ ਚੁੱਕੇ। ਸੋ ਇਹ ਤਾਂ ਸਾਨੂੰ ਸਾਰਿਆਂ ਨੂੰ ਸੋਚਣਾ ਪਊਗਾ। ਜਦ ਤੱਕ ਅਸੀਂ ਇਹ ਸੋਚਾਂਗੇ ਵੀ ਸਰਕਾਰ ਇਕੱਲੀ ਕਰ ਲੂਗੀ, ਸਾਨੂੰ ਮੁੱਦਾ ਬਣਾਉਣਾ ਪਊਗਾ, ਸਾਨੂੰ ਇਸ ਚੀਜ਼ਾਂ ਦੇ ਉੱਤੇ ਗੱਲ ਕਰਨੀ। ਬਹੁਤ ਬਹੁਤ ਧੰਨਵਾਦ ਬਰਿੰਦਰ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਰਿੰਦਰ ਸਿੰਘ ਢਿੱਲੋਂ ਸਾਡੇ ਨਾਲ ਸਨ, ਯੂਥ ਕਾਂਗਰਸ ਦੇ ਪ੍ਰਧਾਨ ਨੇ ਬਰਿੰਦਰ ਢਿੱਲੋਂ, ਔਰ ਸਟੂਡੈਂਟ ਪੋਲਿਟਿਕਸ 'ਚੋਂ ਨਿਕਲੇ ਨੇ। ਔਰ ਬਰਿੰਦਰ ਢਿੱਲੋਂ ਨੇ ਥੋੜਾ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਕਿ ਥੋੜਾ ਜਿਹਾ ਗੈਪ ਹੁੰਦਾ, ਪੈਰ ਸਲਿੱਪ ਹੋ ਜਾਂਦਾ, ਤਾਂ ਸ਼ਾਇਦ ਬਰਿੰਦਰ ਢਿੱਲੋਂ ਵੀ ਉਹਨਾਂ ਨਾਲ ਹੁੰਦੇ। ਪਰ ਬਰਿੰਦਰ ਢਿੱਲੋਂ ਹੁਣਾਂ ਨੇ
ਰਾਜਨੀਤੀ ਨੂੰ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਨੇ। ਰਾਹੁਲ ਗਾਂਧੀ ਖੁਦ ਇਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਆਏ ਸੀ ਔਰ ਬਰਿੰਦਰ ਢਿੱਲੋਂ ਦੇ ਨਾਲ ਚਰਚਾ ਹੋਈ ਹੈ ਕਿ ਆਖਰ ਇਹ ਮੁੰਡੇ ਜਿਹੜੇ ਇਹਨਾਂ ਦੇ ਨਾਲ ਹੀ ਪੜ੍ਹੇ ਨੇ, ਕੋਈ ਸੀਨੀਅਰ ਸੀ ਕੋਈ ਜੂਨੀਅਰ ਸੀ, ਭਾਵੇਂ ਲਾਰੈਂਸ ਹੋਣ, ਵਿੱਕੀ ਮਿੱਡੂ ਖੇੜਾ ਦਾ ਜ਼ਿਕਰ ਆਉਂਦਾ ਹੈ ਔਰ ਹੋਰ ਵੀ ਬਹੁਤ ਸਾਰੇ, ਭਾਵੇਂ ਲੱਕੀ ਪਟਿਆਲ ਹੋਣੇ ਹੋਣ, ਇਹ ਸਾਰੇ ਲੋਕ ਜਿਹੜੇ ਸੀਗੇ ਰਾਜਨੀਤੀ ਸਟੂਡੈਂਟ ਪੋਲਿਟਿਕਸ ਕਰਦੇ ਕਰਦੇ ਛੋਟੇ-ਛੋਟੇ ਝਗੜੇ ਸੀ ਜਿਨ੍ਹਾਂ ਤੋਂ ਬਾਅਦ ਮਸਲੇ ਵੱਡੇ ਹੁੰਦੇ ਗਏ ਤੇ ਇਹ ਮੁੰਡੇ ਵਾਪਸ ਮੁੜ ਕੇ ਘਰ ਨਹੀਂ ਆਏ। ਕੁਝ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਏ ਤੇ ਕੁਝ ਅੱਜ ਜੇਲ੍ਹਾਂ 'ਚ ਬੈਠੇ ਆਪਣੀਆਂ ਗੈਂਗਸ ਚਲਾ ਰਹੇ। ਪਰ ਸੋਲੂਸ਼ਨ ਕੀ ਹੈ ਇਸ ਦਾ? ਮੁੱਦਾ ਕਿਉਂ ਨਹੀਂ ਬਣ ਪਾਉਂਦਾ? ਰਾਜਨੀਤਿਕ ਮੁੱਦਾ ਹੋਣਾ ਚਾਹੀਦਾ, ਪਰ ਇਸ ਦੇ ਬਾਰੇ ਕਿਸੇ ਨੇ ਕਦੇ ਗੌਰ ਕੀਤੀ ਨਹੀਂ। ਸੋ ਸਾਡੀ ਵੀ ਅਪੀਲ ਹੈ ਕਿ ਇਸ ਮਸਲੇ ਵੱਲ ਜ਼ਰੂਰ ਗੌਰ ਕਰਨਾ ਚਾਹੀਦਾ ਤਾਂ ਕਿ ਇਹ ਜਿਹੜੇ ਮੁੰਡੇ ਸਾਡੇ ਰਾਹਾਂ ਤੋਂ ਭਟਕ ਕੇ ਦੂਸਰੇ ਬੰਨੇ ਚਲੇ ਗਏ, ਇਹਨਾਂ ਨੂੰ ਵਾਪਸ ਲਿਆਂਦਾ ਜਾ ਸਕੇ।